ਸ਼੍ਰੀ ਅਕਾਲ। ਸਿਟੀ ਹੋਮ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੁਕੀ ਤੇ ਮਤੀ ਸਮਾਜ ਦੇ ਵਿੱਚ ਲਗਾਤਾਰ ਹਿੰਸਾ ਜਾਰੀ ਹੈ, ਜਿਸ ਕਾਰਨ ਮਨੀਪੁਰ ਲਗਾਤਾਰ ਚੱਲ ਰਿਹਾ ਹੈ। ਲੇਕਿਨ ਬੀਤੇ ਦਿਨ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਮਹਿਲਾਵਾਂ ਨੂੰ, ਔਰਤਾਂ ਨੂੰ ਨੰਗਾ ਕਰਕੇ ਪਰੇਡ कराई गई सी ते ਉਹਨਾਂ ਦੇ ਪ੍ਰਾਈਵੇਟ ਅੰਗਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਸੀ। ਬਤੌਰ ਮਹਿਲਾਵਾਂ ਜੋ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ। उस हर मुद्दे ते गलबात करनगे जो कि सियासत तो भी प्रेरित है ते कह सकते हैं कि समाजिक तौर ते भी किते ना किते औरतां नूं हिंसा दा शिकार बनाना कितना जायज़ है, इस बारे भी अपने विचार पेश करनगे। सो आओ तुहानूं सब तो पहला रूबरू करवानी आ आम आदमी पार्टी दे वूमन विंग दे सैकरेटरी ने काजल जी, सत श्री अकाल। ते महिला कांग्रेस दे पंजाब वाइस प्रेजिडेंट ने साडे लीना टपारिया जी, सत श्री अकाल मैम। सत श्री अकाल। ਤੇ 12 ਸਾਲ ਕਾਂਗਰਸ ਮਹਿਲਾ ਦੇ ਇਹ ਪ੍ਰਧਾਨ ਰਹਿ ਚੁੱਕੇ ਨੇ, ਸਪੋਕਸਪਰਸਨ ਵੀ ਬਹੁਤ ਤਗੜੇ ਨੇ। ਲਗਾਤਾਰ ਇਹਨਾਂ ਨੇ ਕਾਂਗਰਸ ਦੇ ਵਿੱਚ ਰਿਕਾਰਡ ਤੋੜ ਸੇਵਾਵਾਂ ਨਿਭਾਈਆਂ ਨੇ। ਸੋ ਆਮ ਆਦਮੀ ਪਾਰਟੀ ਵੂਮਨ ਵਿੰਗ ਤੋਂ ਮੇਰੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਨੀਤੂ ਬੋਰਾ ਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਮਹਿਲਾ ਦੇ ਹੱਕ ਦੀ ਗੱਲ ਕਰਨ। ਸ਼ੁਰੂਆਤੀ ਜੋ ਸਵਾਲ ਹੈ, ਸਵਾਲ ਨਹੀਂ ਦਰਦ ਹੈ ਕਿ ਇੰਨੀ ਹਿੰਮਤ ਕਿਸੇ ਦੀ ਕਿਵੇਂ ਵੱਧ ਸਕਦੀ ਹੈ ਕਿ ਔਰਤਾਂ ਨੂੰ ਤੁਸੀਂ ਨੰਗਾ ਕਰਕੇ ਸੜਕਾਂ ਤੇ ਉਤਾਰ ਸਕਦੇ ਹੋ। ਲੀਨਾ ਮੈਮ, ਤੁਹਾਡੇ ਤੋਂ ਸ਼ੁਰੂ ਕਰਨਾ ਚਾਹਾਂਗੀ। ਮੈਂ ਆਤਮਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿ ਮਹਿਲਾਵਾਂ ਹੀ ਮਹਿਲਾਵਾਂ ਦਾ ਦਰਦ ਜਿਹੜਾ ਹੈ ਉਹ ਜਾਣ ਸਕਦੀਆਂ। ਅੱਜ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਦੀ ਜਿਹੜੀ ਆਤਮਾ ਹੈ ਉਹ ਰੋ ਰਹੀ ਹੈ। ਜ਼ਰੂਰੀ ਨਹੀਂ ਮਹਿਲਾਵਾਂ ਦੀ ਵੀ, ਜੀ ਆਦਮੀਆਂ ਦੀ ਵੀ ਆਤਮਾ ਰੋ ਰਹੀ ਹੈ ਅੱਜ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਇੱਕ ਛਵੀ ਸੀ ਉਹ ਅੱਜ ਬਹੁਤ ਧੂਮਿਲ ਹੋਈ ਹੈ। ਅਸੀਂ ਬਾਰ-ਬਾਰ ਇਹ ਚੀਜ਼ ਨੂੰ ਕਹਿ ਰਹੇ ਹਾਂ ਕਿ ਮਹਿਲਾਵਾਂ ਨੂੰ ਉੱਥੇ ਕਿਉਂ ਕੀਤਾ ਗਿਆ। ਜੀ ਤੁਸੀਂ ਸਾਰੇ ਜਾਣਦੇ ਹੋ ਕਿ ਮਨੀਪੁਰ ਦੇ ਵਿੱਚ ਮੈਤੇਈ ਤੇ ਕੁਕੀ ਦੋ ਸਮਾਜ ਹੈ ਜਿਹੜੇ 1700 ਈਸਵੀ ਦੇ ਪੂਰਵ ਦੇ ਉਹਨਾਂ ਦੀ ਲੜਾਈ ਚੱਲ ਰਹੀ ਹੈ, ਲੇਕਿਨ ਇਸ ਲੜਾਈ ਨੂੰ ਖਤਮ ਕਰ ਦਿੱਤਾ ਗਿਆ ਸੀ। ਜਿਹੜੇ ਕੁਕੀ ਸੀਗੇ ਉਹਨਾਂ ਨੂੰ ਪਹਾੜੀਆਂ ਦੇ ਵਿੱਚ ਹਿੱਸਾ ਮਿਲਦਾ ਸੀ, ਮੈਤੇਈ ਵਾਲਿਆਂ ਨੂੰ ਜਿਹੜਾ ਸੀ ਉਹਨਾਂ ਨੂੰ ਜ਼ਮੀਨ ਮਿਲਦਾ ਸੀ। ਲੇਕਿਨ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਲਗਾਈ ਸੀ ਜਿਹਦੇ ਤਹਿਤ ਪਿਛਲੇ ਮੈਨੂੰ ਲੱਗਦਾ ਮਈ ਵਿੱਚ ਇਹਨਾਂ ਨੂੰ ਇਹ ਫੈਸਲਾ ਆਇਆ ਕਿ ਹੁਣ ਉਹ ਵੀ ਉਹਨਾਂ ਨੂੰ ਵੀ ਉੱਥੇ ਦੇ ਸਾਰੇ ਕਾਨੂੰਨਾਂ ਦਾ ਹੱਕ ਮਿਲੂਗਾ। ਔਰ ਮੈਨੂੰ ਲੱਗਦਾ ਕਿ ਇਹ ਚੀਜ਼ 5 ਮਈ ਤੋਂ ਜਿਹੜੀ ਪੂਰੀ ਅੱਗ ਦੀ ਤਰ੍ਹਾਂ ਫੜਕੀ ਹੈ। ਔਰ ਉਹ ਲੋਕ ਜਿਹੜੇ ਮੈਤੇਈ ਸਮਾਜ ਦੇ ਲੋਕ ਹੈ और इतना मतलब कि महिलावां दे प्रति उन्हां दे अंदर इतना ज़्यादा क्रूरता जिहड़ी देखी गई है वो तो सानू ऐ लगदा कि असीं रामायण दे विच जे राक्षस देखे सी ना ते सानू उन्हां दे विच वो राक्षस नज़र आ रहे है कि उन्हां नूं अपनी माँ या भैन नज़र नहीं आ रही। और सब तो वड्डा दुख उत्थे लग्या कि वो भी किसी माँ दे बच्चे होने जिन्हां ने देखो तुसीं वीडियो बनाईयां जी, और उस वीडियो ਨੂੰ ਤੁਸੀਂ ਜਿਹੜਾ ਸ਼ੇਅਰ ਕਰ ਰਹੇ ਹੋ, ਵੀਡੀਓ ਬਣਾ ਕੇ ਇੱਕ ਦਰਦਨਾਕ ਹਿੰਸਾ ਨੂੰ ਦਿਖਾ ਰਹੇ ਹੋ ਤੇ ਸੋਚ ਕੇ ਦੇਖੋ ਕਿ ਉਹਨਾਂ ਦੇ ਅੰਦਰ ਇਨਸਾਨ ਨਾਮ ਦੀ ਤਾਂ ਚੀਜ਼ ਹੈ ਹੀ ਨਹੀਂ। ਫਿਰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਡਬਲ ਇੰਜਨ ਦੀ ਸਰਕਾਰ ਹੈ। ਬਿਲਕੁਲ। ਅੱਜ ਅਸੀਂ ਮੇਨ ਜਿਹੜਾ ਰੋਸ਼ ਹੈ ਮੈਨੂੰ ਆਪਣੀ ਰਾਸ਼ਟਰਪਤੀ ਜੀ ਜਿਹੜੀ ਇੱਕ ਮਹਿਲਾ ਹੈ ਉਹਨਾਂ ਤੋਂ ਰੋਸ਼ ਹੈ, द्रौपदी मुर्मू जी, ਕਿ ਤੁਸੀਂ ਇੱਕ ਮਹਿਲਾ ਔਰ ਤੁਸੀਂ ਵੀ ਆਦੀਵਾਸੀ ਸਮਾਜ ਤੋਂ ਆ ਰਹੇ ਹੋ, ਤੁਹਾਡੇ ਵੱਲੋਂ ਇੱਕ ਵੀ ਬਿਆਨ ਨਹੀਂ ਆਉਂਦਾ। ਸਾਡੀ ਮਹਿਲਾ ਲਈ ਇੱਕ ਬੜੀ ਸ਼ਰਮ ਦੀ ਗੱਲ ਹੈ ਜੇ ਉਹਨਾਂ ਦਾ ਬਿਆਨ ਆਂਦਾ ਔਰ ਉਹਨਾਂ ਦੇ ਹੱਥ ਜਿਹੜੀ ਪਾਵਰ ਹੈ, ਜਿਹੜਾ ਹਿੰਦੁਸਤਾਨ ਨੂੰ ਇੱਕ ਰਾਸ਼ਟਰਪਤੀ ਚਲਾਉਂਦੀ ਹੈ। ਜੇ ਮੈਂ ਕਹਿੰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਮੋਦੀ ਜੀ, ਯੋਗੀ ਤੁਹਾਡੇ ਤੋਂ ਅੱਗੇ ਨਿਕਲ ਗਏ ਆ। ਯੂਪੀ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਉੱਥੇ ਜੇਕਰ ਐਨੇ ਗੈਂਗਸਟਰ ਦੇ ਨਾਲ ਹੋ ਰਿਹਾ, रोड इंजन उत्थे रोड रोलर चल रहे ना, मकान ढाए जा रहे हैं, किस तरह उत्थे एक राज कायम कर दिता जा रहा है। तो क्या मणिपुर की सरकार दे विच ये नहीं हो सकता सी? बिल्कुल। 8 मई तो ये चीज़ हुई हुई है। और तुसी देखो कि सुप्रीम कोर्ट का जब फैसला आया तो फिर मोदी जी उठे, जैकेट पाई और आए और एक बयान दे रहे कि मुझे बहुत दर्द है। मोदी जी दर्द हैगा, लेकिन तुसी पहले नाम लेंदे मणिपुर दा, तुसी उस दर्द दे विच फिर सियासत कर गए कि छत्तीसगढ़ और राजस्थान। बड़ी शर्म आई क्योंकि तुसी हिंदुस्तान दे प्रधान मंत्री हो, तुहानू ये गल शोभा नहीं देंदी कि तुसी आम बंदे नहीं हो। जे तुसी निष्पक्ष जांच करवांदे ते तुसी राजस्थान दा ते छत्तीसगढ़ दा नाम ना लैंदे। तुसी कहंदे मैनू दर्द है
ਔਰ ਮੈਂ ਇਸ ਦੇ ਉੱਤੇ ਕਾਰਵਾਈ ਕਰਾਵਾਂਗਾ। ਜੇ ਮੈਂ ਕਹਿੰਦੀ ਆਪੋਜੀਸ਼ਨ ਸਟਰੋਂਗ ਨਾ ਹੁੰਦੀ ਤੇ ਇਹ ਮਾਮਲਾ ਜਿਹੜਾ ਅੱਜ ਦੀ ਡੇਟ 'ਚ ਦਬਾ ਦਿੱਤਾ ਜਾਣਾ ਸੀ ਔਰ ਉਹਨਾਂ ਲੋਕਾਂ ਨੂੰ ਕਦੀ ਵੀ ਇਨਸਾਫ ਨਹੀਂ ਮਿਲ ਸਕਣਾ ਸੀ। ਮੈਮ ਆਪੋਜੀਸ਼ਨ ਦੀ ਤੁਸੀਂ ਬਾਤ ਕੀਤੀ ਹੈ, ਗੱਲ ਕੀਤੀ ਹੈ, ਵਿਪਕਸ਼ ਕਿਉਂ ਭੱਜ ਰਿਹਾ ਹੁਣ? ਜੇ ਵੀਡੀਓ ਵਾਇਰਲ ਨਹੀਂ ਹੁੰਦੀ ਤਾਂ ਪਕਸ਼ ਵਿਪਕਸ਼ ਕੀ ਸੀ? ਹੋਰਾ ਮੈਮ। ਨਮਸਕਾਰ ਜੀ, ਆਤਮਾ ਚੈਨਲ ਰਾਹੀਂ ਮੈਂ ਅੱਜ ਆਪਣੇ ਦਰਦ ਬਿਆਨ ਕਰਨਾ ਚਾਹੁੰਦੀ ਹਾਂ। ਅੱਜ ਇੱਥੇ ਮੈਂ, ਜਿੱਦਾਂ ਇਹਨਾਂ ਨੇ ਮੇਰਾ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ, ਪਰ ਨਹੀਂ, ਅੱਜ ਮੈਂ ਸਭ ਤੋਂ ਪਹਿਲਾਂ ਇੱਕ ਔਰਤ ਬਣ ਕੇ ਆਈ ਹਾਂ। ਮੈਂ ਸਭ ਤੋਂ ਪਹਿਲਾਂ ਇੱਕ ਔਰਤ ਹਾਂ। ਜਿਹੜਾ ਮਣੀਪੁਰ ਹੋਇਆ ਉਹ ਦੱਸਣਾ ਚਾਹੁੰਦੀ ਹਾਂ। ਦਿਖਾ ਕੁਝ ਹੋਰ ਰਹੇ ਨੇ, ਹੈ ਕੁਝ ਹੋਰ। ਅਸਲੀਅਤ ਜਿਹੜੀ ਹੈ ਗੋਡੀ ਮੀਡੀਆ ਦਬਾਈ ਬੈਠਾ ਹੈ। ਕਿਤੇ ਨਾ ਕਿਤੇ ਅਸਲੀਅਤ ਹਲੇ ਵੀ ਸਾਹਮਣੇ ਨਹੀਂ ਆਈ। ਚਲੋ ਕਈ ਚੈਨਲ ਵਾਲੇ, ਮੈਂ ਸਾਰਿਆਂ ਨੂੰ ਵਿੱਚ ਨਹੀਂ ਕਾਊਂਟ ਕਰਦੀ ਪਈ, ਪਰ ਕਈ ਪੈਸਿਆਂ ਵਿੱਚ ਆਪਣਾ ਈਮਾਨ ਵਿੱਚ ਹੀ ਬੈਠੇ ਨੇ। ਕਿਵੇਂ? ਜਿਹੜਾ ਮੇਨ ਮੁੱਦਾ ਸੀਗਾ ਮਣੀਪੁਰ ਦਾ, ਉਹ ਮੇਨ ਮੁੱਦਾ ਇਹ ਸੀਗਾ ਕਿ ਉੱਥੇ ਕੁੱਕਿਆਂ ਦੀ ਜਿਹੜੀ ਜ਼ਮੀਨ ਸੀ ਉਹ ਖਣਿਜ ਉਤਪਾਦ ਕਰਦੀ ਹੈ। ਖਣਿਜ ਤਾਂਬਾ, ਪਲੈਟੀਨਮ ਵਰਗੀਆਂ ਚੀਜ਼ਾਂ, ਜਿਨ੍ਹਾਂ ਦਾ ਸੌਦਾ ਮੋਦੀ ਜੀ ਨੇ ਕਿਤੇ ਆਪਣੇ ਕਾਰਪੋਰੇਟ ਘਰਾਣਿਆਂ ਨਾਲ ਕਰਤਾ ਸੀਗਾ। ਜਿਹੜਾ ਕਾਰਪੋਰੇਟ ਘਰਾਣਿਆਂ ਨਾਲ ਹੋਇਆ, ਉਸ ਤੋਂ ਬਾਅਦ ਉੱਥੇ ਇੱਕ ਪਲੈਨਿੰਗ ਕੀਤੀ ਗਈ ਕਿ ਹਾਂ ਬਈ ਇਹ ਪ੍ਰਾਪਰਟੀ ਹੁਣ ਖਾਲੀ ਕਰਾਉਣ ਤੋਂ ਬਾਅਦ ਹੀ ਸਾਡੇ ਤੋਂ ਉੱਥੇ ਕੰਮ ਹੋ ਸਕਦਾ ਹੈ। ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ 24 ਘੰਟਿਆਂ ਵਿੱਚ ਪੂਰੇ ਮਣੀਪੁਰ ਵਿੱਚ ਹੰਗਾਮਾ ਤਹਿਲਕਾ ਮਚਾ ਦਿੰਦੀ ਹੈ। ਉਹ ਕਿਹੜੇ ਕਾਰਖਾਨੇ ਵਿੱਚ ਹੋਈ ਕਿਸੇ ਨੂੰ ਨਹੀਂ ਪਤਾ। ਉੱਥੇ ਜਦੋਂ ਇਹ ਕਾਂਡ ਹੋਇਆ, ਕਈ ਕੁੜੀਆਂ ਨੇ ਪਹਿਲਾਂ ਰੋਡ ਪ੍ਰਦਰਸ਼ਨ ਕੀਤਾ। ਜੇ ਹੋ ਸਕਦਾ ਸੀ ਮੋਦੀ ਜੀ ਉਹਨੂੰ ਬਚਾ ਸਕਦੇ ਸੀ, ਦੇਖ ਸਕਦੇ ਸੀ ਕਿ ਹਾਂ ਇਹ ਕਾਂਡ ਹੋ ਰਿਹਾ, ਉੱਥੇ ਹੀ ਦੱਬਿਆ ਜਾਣਾ ਸੀ। ਉਹ ਦੱਬਿਆ ਕਿਉਂ ਨਹੀਂ ਗਿਆ? ਕਿਉਂਕਿ ਉਹ ਵੀ ਇਹਨਾਂ ਦੀ ਪਲੈਨਿੰਗ ਦਾ ਹਿੱਸਾ ਸੀ। ਉੱਥੇ ਨੈਟ ਬੰਦ ਸੀ, ਲੋਕੀ ਕਿਸੇ ਨੂੰ ਆਪਣਾ ਦੁੱਖ ਬਿਆਨ ਨਹੀਂ ਕਰ ਸਕੇ। 21 ਸਾਲ ਦੀ ਕੁੜੀ, 52 ਸਾਲ ਦੀ ਮਾਤਾ, 42 ਸਾਲ ਦੀ ਔਰਤ, ਨੰਗੇ ਕਰਕੇ ਸੈਂਕੜੋਂ ਲੋਕਾਂ ਨੇ ਘੁਮਾਇਆ। ਗੁਪਤ ਅੰਗਾਂ ਨਾਲ ਛੇੜਛਾੜ ਹੋਈ। ਉਹ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਦੇਖ ਰਹੀਆਂ ਸੀ ਇੱਕ ਪੁਲਿਸ ਦੀ ਜੀਪ ਵਿੱਚ, ਜਿਹੜੀ ਪੁਲਿਸ ਵਾਲਿਆਂ ਨੇ ਹੀ ਉਹਨਾਂ ਨੂੰ ਦਰਿੰਦਿਆਂ ਦੇ ਹਵਾਲੇ ਕਰਤਾ, ਜਿੱਥੇ ਅਸੀਂ ਸਭ ਤੋਂ ਸੇਫ ਸਮਝਦੇ ਹਾਂ ਆਪਣੇ ਆਪ ਨੂੰ। ਇਹ ਜਿਹੜਾ ਮੁੱਦਾ ਸੀਗਾ, ਇਹ ਬੜਿਆਂ ਨਹੀਂ ਬਣਾਇਆ ਗਿਆ ਸੀਗਾ। ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹ ਆਪਣਾ ਜ਼ਮੀਨਾਂ ਵੇਚ ਚੁੱਕੇ ਸੀਗੇ, ਉਹਦੇ ਕਰਕੇ ਜਿਹੜੇ ਉੱਥੇ ਦੇ ਕੁਕੀ ਵਰਗ ਦੇ ਸਮਾਜ ਦੇ ਲੋਕ ਨੇ, ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਦਰਿੰਦਗੀ ਉੱਥੇ ਸ਼ਰੇਆਮ ਹੋਈ, ਸਿਰਫ ਕੁਝ ਪੈਸਿਆਂ ਲਈ ਜਾਂ ਕਾਰਪੋਰੇਟ ਘਰਾਣਿਆਂ ਨੂੰ ਕਿੱਦਾਂ ਫਾਇਦਾ ਪਹੁੰਚਾਇਆ ਜਾਏ। ਮੋਦੀ ਜੀ, ਬਹੁਤ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਇਸ ਗੱਲ ਦੀ ਕਿ ਤੁਸੀਂ ਇੱਕ ਘਰਾਣੇ ਨੂੰ ਫਾਇਦਾ ਚੁਕਾਉਣ ਲਈ ਕਿੰਨੇ ਘਰ ਬਰਬਾਦ ਕਰਤੇ, ਕਿ ਕਿੰਨੇ ਕੁ ਉਹਨਾਂ ਦੀ ਜਿਹੜੀ ਪੂੰਜੀ ਸੀਗੀ, ਤਿੰਨਕਾ ਜੋੜ ਕੇ ਉਹਨਾਂ ਨੇ ਘਰ ਬਣਾਏ ਸੀ। ਅੱਜ ਉਹ ਲੋਕ ਬੇਘਰ ਹੈ। ਉਹ ਲੇਡੀਜ਼ ਦਾ ਹਾਲ ਸੋਚੋ, ਜਿਹੜੀ ਉੱਥੇ ਆਪਣੇ ਪਿਓ ਤੇ ਆਪਣੇ ਭਰਾ ਦਾ ਕਤਲ ਆਪਣੀ ਅੱਖਾਂ ਨਾਲ ਦੇਖ ਰਹੀ ਹੈ। ਉਹਦੇ ਦਿਲ ਤੇ ਕੀ ਬੀਤੀ ਹੋਣੀ ਹੈ। ਉਹ ਤਾਂ ਉਸੇ ਟਾਈਮ ਮਰ ਗਈ। ਇੱਕ ਵਾਰੀ ਬੰਦੇ ਨੂੰ ਮਾਰ ਦਿੱਤਾ ਜਾਵੇ ਤਾਂ ਉਸੇ ਟਾਈਮ ਖਤਮ ਹੋ ਜਾਂਦਾ, ਪਰ ਇਹੋ ਜਿਹਾ ਕਾਨੂੰਨਾ ਕਾਂਡ ਕਿਸੇ ਨਾਲ ਹੋ ਜਾਏ, ਉਹ ਨਿਤ ਨਵੀਂ ਮੌਤ ਮਰਦਾ ਹੈ ਤੇ ਇਹਦੇ ਜ਼ਿੰਮੇਵਾਰ ਸਿਰਫ ਔਰ ਸਿਰਫ ਤੁਸੀਂ ਹੋ। ਕਾਜਲ ਮੈਮ, ਕੀ ਲੱਗਦਾ ਜਦ ਮਨੀਪੁਰ ਜਲ ਰਿਹਾ, ਮੇਰਾ ਮਨੀਪੁਰ ਜਲ ਰਿਹਾ, ਮੈਰੀ ਕੋਮ ਜਦ ਟਵੀਟ ਕਰਦੀ ਹੈ, ਉਸ ਤੋਂ ਬਾਅਦ ਵੀ ਲੋ ਐਂਡ ਆਰਡਰ ਦੀ ਸਥਿਤੀ ਨੂੰ ਵੀ ਬਰਕਰਾਰ ਰੱਖਣ ਲਈ, ਉਸ ਨੂੰ ਸੰਭਾਲਣ ਲਈ ਕੋਈ ਸਰਕਾਰੀ ਅਦਾਰਾ ਸਾਹਮਣੇ ਨਹੀਂ ਆਉਂਦਾ? ਕਿਵੇਂ ਦੇਖਦੇ? ਦੇਖੋ ਜੀ, ਮੈਂ ਤਾਂ ਇਹ ਸਮਝਦੀ ਹਾਂ ਕਿ ਦੁਨੀਆ ਵਿੱਚ ਜਿਹੜਾ ਇੰਡੀਆ ਹੈ ਉਹ ਇੱਕ ਡਿਵੈਲਪਿੰਗ ਦੇਸ਼ ਹੈ। ਸਾਡੀ ਇਕਨੋਮੀ ਵੱਧ ਰਹੀ ਹੈ, ਮਤਲਬ, ਔਰ ਲੋਕੀ ਇੱਥੇ ਆ ਕੇ, ਅੰਗਰੇਜ਼ ਇੱਥੇ ਆ ਕੇ ਇੱਥੇ ਦਾ ਕਲਚਰ ਦੇਖਣਾ ਪਸੰਦ ਕਰਦੇ ਆ। ਬਿਲਕੁਲ। ਪਰ ਮਨੀਪੁਰ ਵਰਗੀਆਂ ਘਟਨਾਵਾਂ ਨਾਲ ਕੀ ਮੈਸੇਜ ਜਾਂਦਾ ਦੁਨੀਆ ਨਾਲ ਕਿ ਪਲੀਜ਼ ਇੱਥੇ ਨਾ ਆਓ, ਤੁਸੀਂ ਇੱਥੇ ਸੇਫ ਨਹੀਂ ਹੋ, ਤੁਹਾਡੀਆਂ ਲੇਡੀਜ਼ ਇੱਥੇ ਸੇਫ ਨਹੀਂ ਹੈ। ਇੱਕ ਪਾਸੇ ਅਸੀਂ ਟੂਰਿਜ਼ਮ ਨੂੰ ਵਧਾਵਾ ਦੇ ਰਹੇ ਹਾਂ ਕਿ ਤੁਸੀਂ ਅਸਾਮ ਆਓ, 7 ਸਿਸਟਰਸ ਨੇ, ਬਿਊਟੀ, ਹੈਵਨ ਔਨ ਦਾ ਅਰਥ, ਇਹ ਸਭ ਚੀਜ਼ਾਂ ਕਹੀਆਂ ਜਾਂਦੀਆਂ, ਪਰ ਦੂਜੇ ਪਾਸੇ ਜਿਹੜੀ ਸੱਚਾਈ ਹੈ ਗਰਾਊਂਡ ਤੇ, ਉਹ ਇੰਨੀ ਕੁ ਗੰਦੀ ਔਰ ਇੰਨੀ ਕੁ ਘਿਨੌਨੀ ਹੈ। ਇਹ ਸਾਰੀਆਂ ਚੀਜ਼ਾਂ ਅੰਗਰੇਜ਼ਾਂ ਦੇ ਰਾਜ ਵਿੱਚ ਹੁੰਦੀਆਂ ਸੀ, ਜਦੋਂ ਉਹ ਭਾਰਤੀ ਮਹਿਲਾਵਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਸੀ। ਬਟ ਹੁਣ ਮੋਦੀ ਜੀ, ਉਹਨਾਂ ਦੀ ਸਰਕਾਰ, ਇਹੋ ਜਿਹੇ ਬੱਚਿਆਂ ਜਿਨ੍ਹਾਂ ਨੇ ਉਹਨਾਂ ਨੂੰ ਨੰਗਾ ਕਰਕੇ ਘੁਮਾਇਆ,
ਉਹਨਾਂ ਦੇ ਕੀ ਐਕਸ਼ਨ ਲੈ ਰਿਹਾ ਹੈ। ਸਾਡਾ ਜਿਹੜਾ ਦੇਸ਼ ਹੈ, ਅਸੀਂ ਨੰਬਰ 1 ਪੋਪੂਲੇਸ਼ਨ ਚ ਆ ਗਿਆ, ਸਾਡੇ ਚ ਯੂਥ ਇੰਨਾ ਜ਼ਿਆਦਾ, ਯੂਥ ਨੂੰ ਕੀ ਮੈਸੇਜ ਜਾ ਰਿਹਾ ਹੈ ਕਿ ਤੁਸੀਂ ਪੜ੍ਹਾਈ ਨਾ ਕਰੋ, ਲਿਖਾਈ ਨਾ ਕਰੋ, ਬਸ ਈਵ ਟੀਜ਼ਿੰਗ ਕਰੋ, ਕੁੜੀਆਂ ਨੂੰ ਛੇੜੋ, ਤੁਸੀਂ ਬਿਲਕੁਲ ਖੁੱਲੇ ਹੋ, ਤੁਹਾਨੂੰ ਇੱਥੇ ਕੋਈ ਰੋਕਣ ਟੋਕਣ ਵਾਲਾ ਨਹੀਂ। ਜੇ ਤੁਸੀਂ ਕੁਝ ਗਲਤ ਕਰਦੇ ਹੋ ਤੇ ਸਰਕਾਰਾਂ ਤੁਹਾਨੂੰ ਕੁਝ ਨਹੀਂ ਕਹਿਣਗੀਆਂ। ਇੱਕ ਪਾਸੇ ਮੋਦੀ ਜੀ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ, ਮਾਪਿਆਂ ਨੇ ਆਪਣੀ ਬੇਟੀ ਬਚਾ ਵੀ ਲਈ, ਆਪਣੀਆਂ ਬੇਟੀਆਂ ਪੜਾ ਵੀ ਲਈਆਂ, ਪਰ ਉਹਦਾ ਫਾਇਦਾ ਕੀ ਜਿੱਥੇ ਸਾਡੀਆਂ ਕੁੜੀਆਂ ਘਰੋਂ ਬਾਹਰ ਜਾ ਕੇ ਪੜ੍ਹ ਲਿਖ ਕੇ ਫਿਰ ਘਰ ਅੰਦਰ ਹੀ ਬਹਿਣਾ ਹੈ, ਤੁਸੀਂ ਬਾਹਰ ਜਾ ਕੇ ਨੌਕਰੀ ਨਹੀਂ ਕਰ ਸਕਦੀਆਂ ਕਿਉਂਕਿ ਤੁਹਾਨੂੰ ਡਰ ਹੈ ਜੇ ਰਾਤੀ ਤੁਸੀਂ 10 ਵਜੇ ਆ ਰਹੇ ਹੋ ਤੇ ਕਿਤੇ ਰਸਤੇ 'ਚ ਤੁਹਾਨੂੰ ਕੋਈ ਫੜ ਨਾ ਲਏ, ਤੁਹਾਡਾ ਕੋਈ ਰੇਪ ਨਾ ਕਰ ਦੇ। ਕਿ ਇਹੋ ਜਿਹੇ ਭਾਰਤ ਦਾ ਸੁਪਨਾ, ਇਹੋ ਜਿਹੇ ਭਾਰਤ ਨੂੰ ਮੋਦੀ ਜੀ ਸੋਨੇ ਦੀ ਚਿੜੀਆ ਕਹਿੰਦੇ ਆ। ਬਿਲਕੁਲ। ਟਪਾਰੀਆ ਮੈਮ, ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਅਜਿਹੀਆਂ ਕਿਹੜੀਆਂ ਗਲਤੀਆਂ ਹੋਈਆਂ ਕਿ ਕੁਕੀ ਤੇ ਮਤੀ ਸਮਾਜ ਦੇ ਵਿੱਚ ਚੱਲਿਆ ਆ ਰਿਹਾ ਰੋਲਾ ਹੁਣ ਤੱਕ ਨਹੀਂ ਸੁਲਝਿਆ? ਕਿਉਂਕਿ ਦੇਖੋ 17ਵੀਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਕਲੇਸ਼ ਕਹਿ ਸਕਦੇ ਆ ਉਹ ਜਾਰੀ ਹੈ ਤੇ ਹੁਣ ਤਾਂ ਇੰਨੀ ਜ਼ਿਆਦਾ ਹਾਲਾਤ ਵਿਗੜ ਚੁੱਕੀ ਹੈ, ਇੰਨੀ ਜ਼ਿਆਦਾ ਸਥਿਤੀ ਆਊਟ ਆਫ ਕੰਟਰੋਲ ਹੋ ਚੁੱਕੀ ਹੈ ਕਿ ਔਰਤਾਂ ਦੀ ਹਾਲਤ, ਬੱਚਿਆਂ ਦੀ ਹਾਲਤ, ਬਜ਼ੁਰਗਾਂ ਦੀ ਹਾਲਤ ਸਭ ਕੁਝ ਤਿਨਕਾ ਤਿਨਕਾ ਕਰਕੇ ਤਬਾਹ ਹੋ ਰਿਹਾ ਹੈ। ਦੇਖੋ ਜੀ, ਸਰਕਾਰਾਂ ਦੇ ਹੱਥ ਦੇ ਵਿੱਚ ਸਭ ਕੁਝ ਹੁੰਦਾ ਹੈ। ਸਰਕਾਰ ਇੱਕ ਪਾਵਰ ਹਾਊਸ ਹੁੰਦਾ ਹੈ ਔਰ ਜੇਕਰ ਸੈਂਟਰ 'ਚ ਸਰਕਾਰ ਹੈ ਔਰ ਸਟੇਟ ਦੀ ਸਰਕਾਰ ਹੈ, ਸੇਮ ਹੈ। ਤੇ ਸਰਕਾਰਾਂ ਦੇ ਵਿੱਚ ਇੰਨੀ ਪਾਵਰ ਹੈ, ਸਰਕਾਰ ਚਾਹੇ ਤਾਂ ਇੱਕ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਬਿਲਕੁਲ। ਔਰ ਤੁਸੀਂ ਦੇਖ ਹੀ ਰਹੇ ਹੋ ਕਿ ਇੰਨੇ ਵੱਡੇ ਜੇਕਰ ਧਾਰਾ 420 ਹਟਾਈ ਜਾ ਸਕਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਮਤਈ ਔਰ ਕੁਕੀ ਸਮਾਜ ਦੇ ਵਿੱਚ ਸਰਕਾਰਾਂ ਸਮਝੌਤਾ ਨਹੀਂ ਕਰਵਾ ਸਕਦੀਆਂ। ਬਿਲਕੁਲ। ਕੋਈ ਵੀ ਝਗੜਾ ਹੁੰਦਾ ਹੈ ਤੇ ਟੇਬਲ ਤੇ ਬੈਠ ਕੇ ਉਹਦਾ ਹੱਲ ਨਿਕਲਦਾ ਹੈ ਔਰ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਸ ਵੇਲੇ ਜੇ ਇਹਨਾਂ ਦੀ ਸਰਕਾਰ ਉੱਥੇ ਸੀਗੀ ਔਰ ਮੈਨੂੰ ਲੱਗਦਾ ਕਿ ਜਿਹੜੇ ਚੀਫ ਮਿਨਿਸਟਰ ਨੇ ਉਹ ਵੀ ਮਤਈ ਸਮਾਜ ਤੋਂ ਹੀ ਆਂਦੇ ਤੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਦੋ ਭਰਾ ਹੈਗੇ, ਜੇ ਲੜਾਈ ਹੋਈ ਟੇਬਲ ਤੇ ਬੈਠੋ, ਜੋ ਉਹਨਾਂ ਦੀ ਮੰਗ ਹੈ ਉਹਨਾਂ ਨੂੰ ਦੋ, ਜੋ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਦੋ। तो क्यों नहीं झगड़े नहीं पड़ सकते जी? प्यार नाल देख लो, प्यार नाल नहीं हो सकते ते सरकारां तां सख्ती नाल भी करवा सकदियां। बिल्कुल। और मैनू लगदा कि हो जाने चाहिए है, बिल्कुल, कोई भी सरकार होवे चाहे। लेकिन हल ਕੱਢਣ ਨਾਲ ਹੱਲ ਹੋਏਗਾ ਨਾ, ਸਿਆਸਤ ਕਰਨ ਨਾਲ ਕਿਵੇਂ ਹੋ ਸਕਦਾ ਹੈ? यही तो चीज है जी। हुण सारिਆਂ ਨੂੰ लगदा सीगा कि मोदी सरकार है या हर कोई चाहता है कि मोदी सरकार ਜਿਹੜੀ ਉਹਦੇ ਲਈ ਕੁਝ ਵੀ ਕਰਨਾ ਮੁਸ਼ਕਿਲ नहीं है। ਤੇ ਫਿਰ ਇੱਥੇ ਕਿ ਬੜੀ ਹੈਰਾਨੀ ਹੁੰਦੀ ਕਿ ਮੋਦੀ ਜੀ ਤੁਹਾਡੇ ਹੁੰਦਿਆਂ ਕਿੱਦਾਂ ਹੋ ਗਿਆ ਇਹ ਸਭ ਕੁਝ। ਔਰ 8 ਮਈ ਦਾ ਹੋਇਆ ਤੁਸੀਂ ਹਲੇ ਤੱਕ ਮਤਲਬ ਕਿ ਹੁਣ ਤੁਸੀਂ ਬਿਆਨ ਦੇ ਰਹੇ ਹੋ ਕਿ ਤੁਹਾਡੇ ਲਈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਚਾਹੋ ਅੰਤਰਾਤਮਾ ਦੀ ਆਵਾਜ਼ ਸੁਣੋ ਤੇ ਫੈਸਲਾ ਕਰੋ, ਕਿਉਂ ਨਹੀਂ ਹੁੰਦਾ? ਹੋਏਗਾ ਜੇ ਚਾਹੁੰਦੇ ਹੋ। ਲੇਕਿਨ ਚੈਨਲਾਂ ਦੇ ਉੱਤੇ ਬਹਿਸ ਕਰਨ ਦੇ ਨਾਲ ਜਾਂ ਸੰਸਦ ਦੇ ਵਿੱਚ ਬਹਿਸ ਕਰਵਾਉਣ ਦੇ ਨਾਲ ਮੈਂ ਕਹਿੰਨੀ ਹੈ ਕਿ ਕਾਨੂੰਨ ਇੰਨੇ ਸਖਤ ਬਣਾਏ ਜਾਣ ਔਰ ਜਿਹੜੇ ਕਾਨੂੰਨ ਦੇ ਪਹਿਰੇਦਾਰ ਬਿਠਾਏ ਹੋਏ ਆ ਉਹਨਾਂ ਨੂੰ ਇੰਨੇ ਸਖਤ ਆਰਡਰ ਦਿੱਤੇ ਜਾਣ, ਮੈਨੂੰ ਨਹੀਂ ਲੱਗਦਾ ਜੀ ਕੋਈ ਪਰਿੰਦਾ ਵੀ ਪਰ ਮਾਰ ਜੇ। ਜੀ ਬੋਰਾ ਮੈਮ, ਅਮਿਤ ਸ਼ਾਹ ਜੀ ਬੀਤੇ ਦਿਨ ਮਿਲ ਕੇ ਆਂਦੇ ਨੇ, ਵਿਪਕਸ਼ ਲਗਾਤਾਰ ਜਾ ਰਿਹਾ ਹੈ, ਕਿਉਂਕਿ ਮਤੀ ਸਮਾਜ ਦੇ ਅਲੱਗ-ਅਲੱਗ ਨੁਮਾਇੰਦਿਆਂ ਦੇ ਨਾਲ ਮਿਲ ਰਿਹਾ ਹੈ, ਸਿਆਸੀ ਰੋਟੀਆਂ ਵੀ ਲਗਾਤਾਰ ਸੇਕ ਰਿਹਾ ਹੈ। ਇੱਕ ਪਾਸੇ ਸੰਸਦ, ਦੂਜੇ ਪਾਸੇ ਸੁਪਰੀਮ ਕੋਰਟ। ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ? ਮੈਂ ਤੁਹਾਨੂੰ ਦੱਸਦੀ ਹਾਂ, ਉੱਥੇ ਜਿਹੜੇ ਅਮਿਤ ਸ਼ਾਹ ਜੀ ਜ਼ਰੂਰ ਮਿਲ ਕੇ ਆਏ ਨੇ ਜੀ। 6532 FIR ਦਰਜ ਹੋਈਆਂ ਨੇ, 11 ਔਰਤਾਂ ਨਾਲ ਕੁਕਰਮ ਕੀਤਾ ਗਿਆ, 7 ਜਿਹੜੇ ਸੀਗੇ ਉੱਥੇ, ਸਿਰਫ ਆંકੜੇ ਦੇਖੋ ਤੁਸੀਂ ਜੀ, 7 ਜਿਹੜੇ ਸੀਗੇ ਉੱਥੇ ਸਿਰਫ ਅਰੈਸਟ ਕੀਤੇ ਗਏ ਬੰਦੇ ਜੀ। ਜੇ 6532 ਉੱਥੇ FIR ਸੀਗੀਆਂ, ਹਾਊ ਕੈਨ ਪੋਸੀਬਲ ਕਿ ਤੁਸੀਂ 7 ਸਿਰਫ ਬੰਦੇ ਅਰੈਸਟ ਕਰ ਰਹੇ ਹੋ? ਇਹ ਸਾਰਾ ਕੁਝ ਪਲਾਨ ਸੀਗਾ। ਇਹ ਸਿਰਫ ਇੱਕ ਲੋਕ ਦਿਖਾਵਾ ਹੈ ਜੋ ਅਮਿਤ ਸ਼ਾਹ ਜੀ ਕਰ ਰਹੇ ਆ ਜਾਂ ਮੋਦੀ ਜੀ ਕਰ ਰਹੇ ਆ। 4 ਮਹੀਨੇ ਦੀ ਜਦੋਂ FIR ਹੋਈ ਪਈ ਹੈ, ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਉੱਤੇ। ਕਿੱਥੇ ਕੋਈ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਇੱਕ ਵੀ ਔਰਤ ਨੂੰ ਇਨਸਾਫ ਕੀਤਾ ਗਿਆ। ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਪੁਲਿਸ ਨੇ ਖੁਦ ਉਹਨਾਂ ਲੇਡੀਜ਼ ਨੂੰ ਉਹਨਾਂ ਦਰਿੰਦਿਆਂ ਦੇ ਹਵਾਲੇ ਕੀਤਾ। ਸਭ ਸ਼ੋਸ਼ੇਬਾਜ਼ੀ ਹੈ, ਇਹਨਾਂ ਨੇ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਦੇਣੇ ਨੇ ਔਰ ਇਸ ਤੋਂ ਇਲਾਵਾ ਮਣੀਪੁਰ ਵਿੱਚ ਕੁਝ ਵੀ ਨਹੀਂ ਹੈਗਾ। ਜੀ, ਕਹਿਣਾ ਇਹ ਚਾਹੁੰਦੇ ਕਿ ਸਾਫ਼ ਤੌਰ ਤੇ ਇਹ ਹਿੰਸਾ ਹੋਈ ਨਹੀਂ, ਕਰਾਈ ਗਈ ਹੈ। ਬਿਲਕੁਲ ਮੈਮ, ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਹਿੰਸਾ
कराई गई है, होई नहीं है। अगर होंदी, अगर कोई दो समुदाय विच कदी लड़ाई होंदी है ते हफ्ता 10 दिन, इस तो उत्ते सरकारां लड़ाई चलन ही नहीं दे सकदियां। सरकारां एडे एडे मुद्दे सॉल्व करदियां, बॉर्डरां दी सेफ्टी करदियां, ते की अपने देश दे अंदर दा कानून लागू नहीं कर सकदियां? ਇਹ ਸਿਰਫ ਇੱਕ ਪਲਾਨ ਦਾ ਹਿੱਸਾ ਸੀਗਾ ਜਿਹੜਾ ਕਿ ਉਹਨਾਂ ਨੇ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ। ਬਿਲਕੁਲ। ਤਪਾਰੀਆ ਮੈਮ ਕੀ ਕਹਿਣਾ ਚਾਹੋ? ਮੈਂ ਐਗਰੀ ਕਰਦੀ ਹਾਂ ਜੀ, ਕਿਉਂਕਿ ਇਹ ਚੀਜ਼ਾਂ ਬਾਅਦ ਚ ਬਾਹਰ ਆਣਗੀਆਂ। ਜੀ ਤੁਸੀਂ ਸੋਚੋ ਨਾ ਕਿ ਕੋਈ ਵੀ ਚੀਜ਼ ਬੜੀ ਸਮੂਥਲੀ ਚੱਲ ਰਹੀ ਹੈ, ਉਸ ਚੀਜ਼ ਨੂੰ ਹਵਾ ਕੌਣ ਦੇ ਰਿਹਾ? ਜੀ ਜੇਕਰ ਸੁਪਰੀਮ ਕੋਰਟ 'ਚ ਅੱਜ ਤੋਂ ਪਹਿਲਾਂ ਰਿਟਨ ਨਹੀਂ ਲੱਗੀ, ਸੁਪਰੀਮ ਕੋਰਟ ਦਾ ਫੈਸਲਾ ਆਇਆ, ਕਿਹਦੀ ਸਰਕਾਰਾਂ ਦੇ ਦੌਰਾਨ ਆਇਆ? ਕਿਉਂਕਿ ਜੇ ਇੱਕ ਦੋ ਸਮਾਜ ਆਪਸ 'ਚ ਆਰਾਮ ਨਾਲ ਚੱਲ ਰਹੇ ਸੀ, ਸੁਪਰੀਮ ਕੋਰਟ ਦੇ ਵਿੱਚ ਅਰਜੀ ਲੱਗੀ। ਅੱਜ ਹਿੰਦੁਸਤਾਨ 'ਚ ਸਰਕਾਰ ਕਿਹਨਾਂ ਦੀ ਹੈ? ਔਰ ਜਿਸ ਵੇਲੇ ਇਹ ਚੀਜ਼ ਨਿਕਲਦੀ ਹੈ ਬਾਹਰ ਔਰ ਉਸ ਤੋਂ ਬਾਅਦ ਦੰਗੇ ਫੈਲਦੇ ਹੈ, ਤੇ ਦੰਗੇ ਜਿਹੜੇ ਹੈ ਉਹ 8 ਮਈ ਦੇ ਫੈਲੇ ਹੋਏ ਹੈ, ਤੇ ਇਹਨਾਂ ਦਾ ਬਿਆਨ ਜਿਹੜਾ ਹੈ ਉਹ ਪਰਸੋਂ ਆ ਰਿਹਾ। ਤੁਸੀਂ ਇਹ ਚੀਜ਼ਾਂ ਵੀ ਨੋਟ ਕਰੋ ਨਾ ਕਿ ਬਿਲਕੁਲ ਇਹ ਤਾਂ ਜੇਕਰ ਆਪੋਜੀਸ਼ਨ ਸ਼ੋਰ ਨਾ ਪਾਉਂਦੀ ਤੇ ਸ਼ਾਇਦ ਇਹ ਮੁੱਦਾ ਜਿਹੜਾ ਦਬਾ ਦਿੱਤਾ ਜਾਣਾ ਸੀ ਔਰ ਲੋਕਾਂ ਤੱਕ ਇਹ ਪਹੁੰਚਣਾ ਹੀ ਨਹੀਂ ਸੀ। ਮੈਮ ਵਿਪਕਸ਼ ਵੀ ਕਹਿ ਸਕਦੇ ਹਰਕਤ ਦੇ ਵਿੱਚ ਉਦੋਂ ਆਂਦੀ ਹੈ ਜਦ ਵੀਡੀਓ ਵਾਇਰਲ ਹੋ ਜਾਂਦੀ ਹੈ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕੋਈ ਹਰਕਤ ਹੋਵੇ, ਕੋਈ ਇਸ ਤਰ੍ਹਾਂ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ, ਫਿਰ ਪਾਰਟੀਆਂ ਜਾਗਣਗੀਆਂ। ਕਿਹਦਾ ਕੁਐਸਚਨ ਹੈ ਮੈਡਮ? ਮੇਰਾ? ਮੈਮ ਕੋਈ ਵੀ, ਸਾਰਿਆਂ ਤੋਂ ਹੀ ਹੈ। ਵਿਪਕਸ਼ ਨਹੀਂ ਮੈਡਮ, ਦੇਖੋ ਜੀ ਹਰ ਕੋਈ ਅੱਜ ਕੱਲ ਪ੍ਰੂਫ ਮੰਗਦਾ ਜੀ, ਤੁਸੀਂ ਇਸ ਚੀਜ਼ ਨੂੰ ਕਿੱਦਾਂ ਬੋਲੇ ਜੀ। ਲੇਕਿਨ ਜੇਕਰ ਵੀਡੀਓ ਆਈ ਹੈ ਤਾਂ ਵੀਡੀਓ ਦੇਖ ਕੇ ਤਾਂ ਦੇਖੋ ਜੀ, ਉਸ ਕਿਸੇ ਦੀ ਵੀ ਬੱਚੀ ਹੈ, ਹਰ ਕਿਸੇ ਦਾ ਖੂਨ ਖੋਲਿਆ ਨਾ ਜੀ। ਉਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦਾ ਖੂਨ ਖੋਲਿਆ ਜੀ। ਦੇਖ ਕੇ ਅਗਰ ਕੋਈ ਵੀਡੀਓ ਨਾ ਹੁੰਦੀ, ਹਨੇਰੇ ਦੇ ਵਿੱਚ ਤੀਰ ਕੋਈ ਵੀ ਨਹੀਂ ਮਾਰਦਾ ਹੁੰਦਾ। ਲੇਕਿਨ ਜਦ ਚੱਲ ਰਿਹਾ ਸੀ ਕਲੇਸ਼ ਇਹਨਾਂ ਦਾ, ਕਹਿ ਸਕਦੇ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਸਕਦੇ ਕਿ ਕੋਈ ਬਿਮਾਰੀ ਵੀ ਹੁੰਦੀ ਹੈ, ਫਸਟ ਸਟੇਜ ਦੇ ਵਿੱਚ ਹੀ ਉਹਨੂੰ ਜੇ ਨੱਥ ਪਾਈ ਜਾਵੇ ਤਾਂ ਫਿਰ ਅੱਗੇ ਨਹੀਂ ਵੱਧ ਸਕਦੀ ਉਹ ਬਿਮਾਰੀ, ਤੇ ਅੱਗੇ ਹੋਰ ਖਤਰਾ ਨਹੀਂ ਵੱਧ ਸਕਦਾ। ਬੋਰਾ ਮੈਮ? ਮੈਂ ਬਿਲਕੁਲ ਇਸ ਚੀਜ਼ ਤੋਂ ਐਗਰੀ ਹਾਂ। ਜਦੋਂ ਉਹਨਾਂ ਨੇ 4 ਮਈ ਨੂੰ FIR ਦਰਜ ਹੋਈ ਸੀ, ਉੱਥੇ 4 ਮਈ ਦੀ ਘਟਨਾ ਸੀ, ਉਸੇ ਟਾਈਮ ਅਗਰ ਕਾਨੂੰਨ ਹਰਕਤ 'ਚ ਆ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਮਣੀਪੁਰ ਦਾ ਅੱਜ ਇਹ ਹਾਲ ਹੋਣਾ ਸੀਗਾ। ਉੱਥੇ ਇੰਨੇ ਹਾਲੇ ਅਸੀਂ ਆંકੜੇ ਜਿਹੜੇ ਗਿਣ ਰਹੇ ਹਾਂ ਉਹ ਤਾਂ FIR ਹੋਈਆਂ ਹੈ। ਕਈ ਇੱਦਾਂ ਦੇ ਵੀ ਘਰ ਪਰਿਵਾਰ ਉੱਥੇ ਰਹਿੰਦੇ ਸੀ ਜਿਨ੍ਹਾਂ ਨੇ FIR ਕਰਾਉਣ ਦੀ ਕੰਡੀਸ਼ਨ ਵਿੱਚ ਨਹੀਂ, ਪੂਰੇ ਪਰਿਵਾਰ ਮਾਰੇ ਗਏ ਨੇ ਜਿਹੜੇ ਕਿ ਸਾਡੀ ਨਜ਼ਰਾਂ ਵਿੱਚ ਨਹੀਂ। ਜਿਹੜਾ ਤੁਸੀਂ ਕਹਿੰਦੇ ਹੋ ਆਪੋਜੀਸ਼ਨ ਨਹੀਂ ਬੋਲਿਆ, ਇਹਨਾਂ ਨੇ ਉੱਥੇ ਨੈਟ ਬੰਦ ਸੀਗਾ, ਉੱਥੇ ਕੋਈ ਸੁਵਿਧਾ, ਇਸ ਤਰ੍ਹਾਂ ਉਹ ਏਰੀਆ ਕੱਟ ਕਰਤਾ ਸੀਗਾ ਕਿ ਕਿਸੇ ਨੂੰ ਕੋਈ ਖਬਰ ਨਹੀਂ ਲੱਗੀ। ਦੇਖੋ ਇਹ ਕੇਸ ਮਣੀਪੁਰ ਦੇ ਜਿਹੜੇ ਆਏ ਆ 3 ਲੇਡੀਜ਼ ਦੇ, ਇਹ ਮੀਡੀਆ ਦੇ ਰਾਹੀਂ ਸਾਡੇ ਕੋਲ ਆਇਆ ਤੇ ਸਾਨੂੰ ਹੁਣ ਪਤਾ ਚੱਲ ਰਿਹਾ 3 ਮਹੀਨਿਆਂ ਤੋਂ ਬਾਅਦ, 3 ਮਹੀਨਿਆਂ ਤੋਂ ਬਾਅਦ ਬਾਹਰ ਆਏ, ਔਰ ਕਈ ਕੇਸਿਸ ਬਾਹਰ ਵੀ ਨਹੀਂ ਆਏ। ਤੇ ਹੁਣ ਤਾਂ ਬਾਹਰ ਆ ਗਿਆ, ਹੁਣ ਕਿਸ ਚੀਜ਼ ਦੀ ਵੇਟ ਹੋ ਰਹੀ ਹੈ? ਕਿਉਂਕਿ ਲਗਾਤਾਰ ਦੇਖੋ ਹਿੰਸਾ ਜਾਰੀ ਹੈ। ਅੱਜ ਆਪਾਂ ਸਟੂਡੀਓ ਦੇ ਵਿੱਚ ਵੀ ਤਾਂ ਹੀ ਬੈਠੇ ਆ ਕਿਉਂਕਿ ਉਸ ਮੁੱਦੇ ਤੇ ਲਗਾਤਾਰ ਹਰ ਕਿਸੇ ਦੀ ਨਿਗਾਹ ਬਣੀ ਹੋਈ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕੀ ਹੋ ਰਿਹਾ ਉੱਥੇ, ਮਣੀਪੁਰ ਜਲ ਰਿਹਾ ਹੈ, ਕਦੋਂ ਜਲਣਾ ਬੰਦ ਹੋਏਗਾ, ਕਦੋਂ ਜਦ ਮਣੀਪੁਰ ਪੂਰਾ ਰਾਖ ਹੋ ਜਾਏਗਾ ਫਿਰ ਸਰਕਾਰਾਂ ਤੇ ਪ੍ਰਸ਼ਾਸਨ ਤੇ ਕਾਨੂੰਨ ਸਾਰਾ ਜਾਗੇਗਾ। ਇਹ ਇਕੱਲੇ ਮਣੀਪੁਰ ਦੀ ਘਟਨਾ ਨਹੀਂ ਹੈਗੀ, ਕਿੱਥੇ ਵੀ ਕੁਝ ਹੁੰਦਾ ਹੈ, ਕਿੱਥੇ ਵੀ ਦੰਗੇ ਹੁੰਦੇ ਆ। ਤੁਸੀਂ ਦੇਖੋ ਹਰਿਆਣਾ ਵਿੱਚ 1992 ਵਿੱਚ ਜਿਹੜੇ ਦੰਗੇ ਹੋਏ ਸੀਗੇ, ਉਸ ਤੋਂ ਬਾਅਦ 2002 ਵਿੱਚ ਗੁਜਰਾਤ ਜਿਹੜੇ ਦੰਗੇ ਹੋਏ ਆ, ਮੇਨ ਸੌਫਟ ਟਾਰਗੇਟ ਜਿਹੜਾ ਹੁੰਦਾ ਔਰਤਾਂ ਨੂੰ ਕੀਤਾ ਜਾਂਦਾ ਜੀ। ਅੱਜ ਵੀ ਮਣੀਪੁਰ ਵਿੱਚ ਉਹੀ ਕੁਝ ਹੋਇਆ। ਮੈਂ ਮੋਦੀ ਸਰਕਾਰ ਨੂੰ ਇੱਕ ਹਿਦਾਇਤ ਦੇਣਾ ਚਾਹੁੰਦੀ ਹਾਂ ਕਿ ਇਹ ਨਾ ਹੋਏ ਕਿ ਸਾਰਾ ਦੇਸ਼ ਤੁਹਾਡੇ ਅਗੇਂਸਟ ਹੋ ਜਾਏ। ਔਰਤ ਇੱਕ ਮਾਂ ਵੀ ਹੈ, ਔਰਤ ਇੱਕ ਵਾਈਫ ਵੀ ਹੈ, ਔਰਤ ਇੱਕ ਮਤਲਬ ਤੁਹਾਡੀ ਜਨਨੀ ਵੀ ਜਿਹੜੀ ਹੈ ਉਹ ਇੱਕ ਔਰਤ ਹੀ ਹੈ। ਤੁਸੀਂ ਉਹਦੀ ਕੋਖ ਤੋਂ ਜਨਮ ਲਿੱਤਾ। ਮੈਂ ਨਹੀਂ ਚਾਹੁੰਦੀ ਕਿ ਤੁਸੀਂ ਉਹਨੂੰ ਵੀ ਬੇਇੱਜ਼ਤ ਕਰੋ। ਇੱਕ ਔਰਤ ਬੇਇੱਜ਼ਤ ਨਹੀਂ ਹੁੰਦੀ, ਪੂਰਾ ਸਮਾਜ ਬੇਇੱਜ਼ਤ ਹੋ ਰਿਹਾ। ਅੱਜ ਇਹ ਗੱਲਾਂ ਸਿਰਫ ਸਾਡੇ ਭਾਰਤ ਤੱਕ ਨਹੀਂ ਰਹਿ ਗਈਆਂ, ਵਿਦੇਸ਼ਾਂ ਵਿੱਚ ਵੀ ਅਸੀਂ ਬਹੁਤ ਸ਼ਰਮਸਾਰ ਹਾਂ ਤੇ ਮੋਦੀ ਜੀ ਨੂੰ ਇਹਦੇ ਅਗੇਂਸਟ ਸਖਤ ਤੋਂ ਸਖਤ ਸਟੈਪ ਲੈਣਾ ਚਾਹੀਦਾ ਹੈ। ਹੁਣ ਨਿਰਭਇਆ ਕਾਂਡ ਹੀ ਲੈ ਲਓ ਤੁਸੀਂ ਜੀ, 2012 ਵਿੱਚ ਇਹ ਕਾਂਡ ਹੋਇਆ ਸੀ ਤਾਂ 7 ਸਾਲਾਂ ਬਾਅਦ ਕੜੀ ਮੁਸ਼ੱਕਤ ਤੋਂ ਬਾਅਦ ਉਸ ਔਰਤ ਨੂੰ ਕਿੱਥੇ ਜਾ ਕੇ ਇਨਸਾਫ ਮਿਲਿਆ ਸੀ। ਮੇਰੀ ਹੱਥ ਜੋੜ ਕੇ ਮੋਦੀ ਜੀ ਨੂੰ ਬੇਨਤੀ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਤਾਂ ਕਹਿੰਦੇ ਹੋ ਬੇਟੀ ਬਚਾਓ ਬੇਟੀ ਪੜ੍ਹਾਓ,
ਪਰ ਮੇਰੀ ਇੱਕ ਬੇਨਤੀ ਹੈ, ਬੇਟੀ ਪੜ੍ਹਾ ਵੀ ਲਵਾਂਗੇ, ਬੇਟੀ ਬਚ ਵੀ ਜਾਏਗੀ, ਬਚਾਉਣ ਤੋਂ ਬਾਅਦ ਇਹਦਾ ਦਰਿੰਦਿਆਂ ਦੇ ਹਵਾਲੇ ਨਾ ਕੀਤੀ ਜਾਣ। ਇਹ ਤੋਂ ਸਖਤ ਕੋਈ ਕਾਨੂੰਨ ਬਣਾਇਆ ਜਾਏ ਜਿਹੜਾ ਪਬਲਿਕ ਪਲੇਸ ਵਿੱਚ ਏਦਾਂ ਦਾ ਕੋਈ ਵੀ ਕਾਂਡ ਹੁੰਦਾ ਹੈ। ਦੇਖੋ ਜਿਹੜੇ ਇੱਕ ਬੰਦ ਕਮਰੇ 'ਚ ਹੁੰਦਾ ਹੈ ਉਹਦਾ ਤਾਂ ਸਾਨੂੰ ਸਮਝ 'ਚ ਆਉਂਦਾ ਹੈ ਕਿ ਹਾਂ ਪ੍ਰੂਫ ਵੀ ਚਾਹੀਦੇ ਆ। ਅੱਜ ਕੱਲ ਕਈ ਲੇਡੀਜ਼ ਵੀ ਉਹਨਾਂ ਦਾ ਅਧਿਕਾਰਾਂ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ, ਪਰ ਜਿਹੜੇ ਇਹਦੇ ਸ਼ਰੇਆਮ ਏਦਾਂ ਦੀ ਕੋਈ ਵੀ ਹੁੰਦੀ ਹੈ ਉਹ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ, ਔਰ ਇੰਨਾ ਲੰਬਾ ਟਾਈਮ ਨਹੀਂ ਦੇਣਾ ਚਾਹੀਦਾ, ਥੋੜੇ ਟਾਈਮ ਵਿੱਚ ਹੀ ਉਹਨਾਂ ਦਾ ਫੈਸਲਾ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਲਈ ਐਗਜ਼ਾਮਪਲ ਸੈੱਟ ਕੀਤਾ ਜਾਵੇ। ਨਾਰੀ ਸਸ਼ਕਤੀਕਰਨ ਦਾਵਾ ਕਿਵੇਂ ਦੇਖ ਰਹੇ ਹੋ ਇਸ ਨੂੰ ਹੁਣ? ਨਾਰੀ ਸਸ਼ਕਤੀਕਰਨ ਉਦੋਂ ਹੋਊਗਾ ਜਦ ਨਾਰੀਆਂ ਆਪ ਖੁਦ ਜਾਗਣਗੀ। ਕਿਉਂਕਿ ਜੇ ਅਸੀਂ ਸੋਚੀਏ ਵੀ ਸਰਕਾਰਾਂ ਨੇ ਕੁਝ ਕਰਨਾ ਹੈ, ਸਰਕਾਰਾਂ ਨੇ ਉੱਥੇ ਹੀ ਕੁਝ ਕਰਨਾ, ਕਿਉਂਕਿ ਇਹਨਾਂ ਦੇ ਆਪਣੇ ਬੱਚੇ ਤਾਂ ਸਭ ਦੇ ਵਿਦੇਸ਼ਾਂ 'ਚ ਹੈ ਜੀ, ਇਹਨਾਂ ਨੂੰ ਆਪਣੇ ਬੱਚਿਆਂ ਦੀ ਕੋਈ ਟੈਨਸ਼ਨ ਹੈ ਨਹੀਂ। ਔਰ ਤੁਸੀਂ ਦੇਖੋ ਕਿ ਸਭ ਤੋਂ ਵੱਡੀ ਮਾੜੀ ਘਟਨਾ ਮਣੀਪੁਰ 'ਚ ਕੀ ਹੁੰਦੀ ਹੈ ਕਿ ਇੱਕ ਸੈਨਿਕ ਜਿਹਨੇ 28 ਸਾਲ ਦੇਸ਼ ਦੀ ਸੇਵਾ ਲਈ ਦਿੱਤੇ ਹੈ, ਬਿਲਕੁਲ, ਔਰ ਉਹਦੇ ਸਾਹਮਣੇ ਉਹਦੀ ਪਤਨੀ, ਉਹਦੀ ਬੇਟੀ, ਉਹਦੇ ਨਾਲ ਜੋ ਗਲਤ ਹਰਕਤਾਂ ਹੁੰਦੀਆਂ, ਤਾਂ ਉੱਥੇ ਆ ਕੇ ਆਮ ਸੈਨਿਕ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਕਿ ਮੈਂ ਜਿਸ ਦੇਸ਼ ਦੀ ਰੱਖਿਆ ਕਰ ਰਿਹਾ, ਦਿਨ ਰਾਤ ਜਾਗ ਕੇ ਜੇ ਮਿਲਟਰੀ ਦੇਸ਼ 'ਚ ਰੱਖਿਆ ਕਰਦੀ ਹੈ ਨਾ ਜੀ, ਤਾਂ ਹੀ ਅਸੀਂ ਅੱਜ ਏਸੀਆਂ ਥੱਲੇ ਸੋ ਰਹੇ ਹਾਂ। ਬਿਲਕੁਲ। ਤੇ ਉਸਦੀ ਬੇਟੀ ਦੇ ਨਾਲ, ਉਸਦੀ ਵਾਈਫ ਦੇ ਨਾਲ ਇਹ ਕੁਝ ਹੁੰਦਾ ਹੈ ਤੇ ਬਾਕੀਆਂ ਦਾ ਹੌਸਲਾ ਕਿੱਦਾਂ ਨਹੀਂ ਟੁੱਟੇ। ਕਿਉਂਕਿ ਮੈਂ ਖੁਦ ਇੱਕ ਮਿਲਟਰੀ ਮੈਨ ਦੀ ਬੇਟੀ ਆ, ਮੈਨੂੰ ਪਤਾ ਕਿ 2-2 ਸਾਲ ਤੱਕ ਤਾਂ ਬਾਪ ਦੀ ਸ਼ਕਲ ਹੀ ਨਹੀਂ ਦਿਖਦੀ। यही किया जाता बचपन तो कि देश की सेवा के लिए गए हैं हमारे पापा, तो उसके पापा दे सामने 28 साल सेवा करन तो बाद उदी बेटी नाल ये हाल हुंदा है। ते मोदी जी तुसी परसों बयान दे रहे हो कि मेरी आत्मा बड़ी दुख रही है, बस सिर्फ हुण आत्मा दुखनी नहीं चाहिए। समृति ईरानी जी, मैं कहनी है कि तुसी कित्थे हो? तुसी तां जे गैस दा सिलेंडर 20 रुपए महंगा हो जांदा सी ना, तुसी सड़कां च आके बह जांदे सी। ਹੁਣ ਕਿੱਥੇ ਹੋ ਤੁਸੀਂ? ਹੁਣ ਸੰਸਦ ਭਵਨ ਦੇ ਵਿੱਚ ਜੇਕਰ ਤੁਹਾਡੇ ਕੋਲ ਜਵਾਬ ਮੰਗਿਆ ਜਾ ਰਿਹਾ, ਤੁਸੀਂ ਉਲਟਾ ਇੰਨਾ ਚੀਕ ਕੇ ਬੋਲ ਰਹੇ ਹੋ ਰਾਹੁਲ ਗਾਂਧੀ ਕਿਉਂ ਗਏ ਵਹਾਂ पे ਜਾਂ ਕੁਝ ਵੀ ਹੈ। ਤੁਸੀਂ ਕਿੱਥੇ ਹੋ? ਤੁਹਾਡੇ ਮੂੰਹ 'ਚ ਇੱਕ ਲਫ਼ਜ਼ ਕਿਉਂ ਨਹੀਂ ਨਿਕਲ ਰਿਹਾ ਉਹਨਾਂ ਬੇਟੀਆਂ ਲਈ, ਉਹਨਾਂ ਦਰਿੰਦਿਆਂ ਦੇ ਖਿਲਾਫ? ਔਰ ਮੈਂ ਕਹਿੰਦੀ ਹਾਂ ਕਿ ਜੇਕਰ ਫਾਸਟ ਟਰੈਕ ਬੰਦਾ ਵੀ ਹੈ ਜਿਵੇਂ ਨਿਰਭਇਆ ਕੇਸ 'ਚ ਬਣਿਆ ਸੀ ਜੀ, ਮੈਂ ਤਾਂ ਇਹ ਚਾਹੂੰਗੀ ਕਿ ਸਾਡਾ ਜਿਹੜਾ ਸੰਵਿਧਾਨ ਹੈ, ਸਾਡੇ ਜਿਹੜੇ ਕੋਰਟ ਬਣੇ ਹੋਏ ਆ ਜੀ, ਮੈਂ ਤਾਂ ਕਹਿੰਦੀ ਏਦਾਂ ਦਾ ਕਾਨੂੰਨ ਬਣੇ ਕਿ ਇਹ ਤਾਂ ਸਾਰੀ ਦੁਨੀਆ ਨੇ ਇਸ ਮੰਜ਼ਰ ਨੂੰ ਦੇਖਿਆ, ਦਿਲ ਦਹਿਲਾ ਦੇਣ ਵਾਲੇ ਨੂੰ ਦੇਖਿਆ, ਸਾਰੀ ਦੁਨੀਆ ਦੇ ਇਹ ਚੀਜ਼ ਆ ਗਈ ਹੈ। ਇਹਨਾਂ ਨੂੰ ਚੌਂਕ ਚੌਰਾਹਿਆਂ ਦੇ ਵਿੱਚ ਖੜੇ ਕਰਕੇ ਉਹੀ ਲੋਕ ਉੱਥੇ ਵੀ ਖੜੇ ਹੋਣ ਜਿਨ੍ਹਾਂ ਨੇ ਮੰਜ਼ਰ ਦੇਖਿਆ ਹੋਵੇ ਔਰ ਜਿਨ੍ਹਾਂ ਨੇ ਵੀਡੀਓ ਬਣਾਈਆਂ ਹੋਣ ਔਰ ਇਸ ਚੀਜ਼ ਨੂੰ ਚਟਕਾਰੇ ਲੈ ਕੇ ਲਿੱਤਾ ਹੋਵੇ। ਉਸੇ ਚੌਂਕ ਚੌਰਾਹੇ ਦੇ ਵਿੱਚ ਇਹਨਾਂ ਨੂੰ ਇੱਥੇ ਆ ਕੇ ਅਸੀਂ ਕਹਾਂਗੇ ਕਿ ਗੋਲੀ ਨਾਲ ਉਡਾਉਣਾ ਚਾਹੀਦਾ ਤਾਂ ਕਿ ਜਿਹੜੇ ਮੁਜਰਿਮ ਹੈ ਉਹਨਾਂ ਨੂੰ ਕਰਨ ਤੋਂ ਪਹਿਲਾਂ ਸੋਚਣਾ ਪਵੇ ਕਿ ਜੇ ਅਸੀਂ ਇਹੋ ਜਿਹੇ ਘਿਨੌਣੇ ਹਰਕਤਾਂ ਕਰਾਂਗੇ ਤੇ ਸਾਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਜੀ ਕਾਜਲ ਜੀ, ਕਿਵੇਂ ਦੇਖ ਰਹੇ ਹੋ ਤੁਸੀਂ ਇਸ ਮਾਮਲੇ ਨੂੰ? ਜਿੱਦਾਂ ਟਪਾਰੀਆ ਮੈਮ ਨੇ ਕਿਹਾ ਕਿ ਕਾਨੂੰਨ ਹੀ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਦਰਿੰਦੇ ਪਹਿਲੇ ਹੀ ਸੋਚਣ ਕਿ ਇਹ ਵਾਰਦਾਤ ਨੂੰ ਅਸੀਂ ਕਿਵੇਂ ਅੰਜਾਮ ਦਈਏ ਤੇ ਇਸ ਤੋਂ ਬਾਅਦ ਸਾਡਾ ਕੀ ਅੰਜਾਮ ਹੋਏਗਾ। ਮੈਂ ਦੇਖੋ ਜੀ, ਮੋਦੀ ਜੀ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਕੋਈ ਫਾਇਦਾ ਨਹੀਂ ਜੇ ਤੁਸੀਂ 10-20 ਸਾਲ ਬਾਅਦ ਇਹ ਮੁਕੱਦਮਾ ਚੱਲਣ ਤੋਂ ਬਾਅਦ ਤੁਸੀਂ ਦੋਸ਼ੀਆਂ ਨੂੰ ਸਜ਼ਾ ਦਿਓ ਜਦ ਤੱਕ ਉਹ ਲੇਡੀਜ਼ ਵੀ ਇੱਥੇ ਨਾ ਰਹਿਣ। ਜੇ ਸਾਰੀ ਦੁਨੀਆ ਨੇ ਦੇਖਿਆ ਕਿ ਮਣੀਪੁਰ 'ਚ ਕੀ ਹੋਇਆ ਤੇ ਹੁਣ ਸਾਰੀ ਦੁਨੀਆ ਆ ਵੀ ਦੇਖੇ ਕਿ ਤੁਸੀਂ ਉਹਨਾਂ ਨੂੰ ਕਿੱਦਾਂ ਸਜ਼ਾ ਦਿੱਤੀ ਤਾਂ ਕਿ ਸਾਡੇ ਇੰਡੀਆ ਪ੍ਰਤੀ ਇੱਕ ਪੋਜ਼ਿਟਿਵ ਮੈਸੇਜ ਜਾਏ ਕਿ ਹਾਂ ਜੇ ਕੋਈ ਗਲਤੀ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ, ਭਾਵੇਂ ਉਹ ਕੋਈ ਵੀ ਹੋਏ। ਮੇਰੀ ਬਸ ਇਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਉਹ ਔਰਤਾਂ ਦੀ ਸੁਣਵਾਈ ਹੋਵੇ, ਮਣੀਪੁਰ 'ਚ ਕਾਰਵਾਈ ਹੋਵੇ, ਉੱਥੇ ਦੇ ਲੋਕਾਂ ਨੂੰ ਵੀ ਇੱਕ ਮੈਸੇਜ ਜਾਏ ਕਿ ਤੁਸੀਂ ਇੰਡੀਆ ਦੇ ਅੰਡਰ ਹੋ, ਨਾ ਕਿ ਤੁਹਾਡਾ ਕੋਈ ਇੱਕ ਅਲੱਗ ਸਟੇਟ ਹੈਗਾ ਜਿੱਥੇ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ। ਬਿਲਕੁਲ, ਨਾਰਥ ਈਸਟਰਨ ਸਟੇਟਸ ਬਹੁਤ ਹੀ ਸੁੰਦਰ ਸਟੇਟਸ ਨੇ, ਉਹਨਾਂ ਨੂੰ ਦੇਖਣ ਵਾਸਤੇ ਦੂਰੋਂ ਲੋਕੀ ਆਉਂਦੇ ਨੇ, ਪਰ ਇਹ ਗੰਦੇ ਕਾਂਡ ਤੋਂ ਬਾਅਦ ਇੱਕ ਬਹੁਤ ਹੀ ਗਲਤ ਮੈਸੇਜ ਗਿਆ ਦੁਨੀਆ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਮੋਦੀ ਜੀ ਨੂੰ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਹੈ ਕਿ ਜੇ ਇੱਥੇ ਗਲਤ ਹੋਏਗਾ ਤੇ ਉਹਦੀ ਸਜ਼ਾ ਵੀ ਓਨੀ ਹੀ ਜ਼ਿਆਦਾ ਘਿਨੌਣੀ ਉਹਨਾਂ ਨੂੰ ਦਿੱਤੀ ਜਾਏਗੀ। ਜੀ ਬਿਲਕੁਲ। ਪੁਲਵਾਮਾ ਅਟੈਕ ਜਦੋਂ ਹੋਇਆ ਉਸ ਤੋਂ ਬਾਅਦ ਤੁਰੰਤ ਹੀ
ਕਹਿ ਸਕਦੇ ਐਕਸ਼ਨ ਤੇ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ ਸੀ। ਸਰਜੀਕਲ ਸਟ੍ਰਾਈਕ ਕਹਿੰਦੇ ਘਰ ਦੇ ਵਿੱਚ ਘੁਸ ਕੇ ਮਾਰਾਂਗੇ, ਇੱਥੇ ਕਿਤੇ ਨਾ ਕਿਤੇ ਉਸ ਜੋਸ਼ ਦੀ ਵੀ ਕਮੀ ਉਹੀ ਹੋਣੀ ਚਾਹੀਦੀ ਸੀ ਜਿੱਦਾਂ ਸਰਜੀਕਲ ਸਟ੍ਰਾਈਕ ਹੋਈ ਸੀ ਨਾ ਜੀ ਪੁਲਵਾਮਾ 'ਚ। ਔਰ ਇੱਥੇ ਵੀ ਜੇ ਪਰਸੋਂ ਮੋਦੀ ਜੀ ਬਿਆਨ ਨਾ ਦਿੰਦੇ, करके दिखा देंगे, फिर कहते मैंने कर दिया भाई। और ये देखो अगर आगे से कोई ऐसी हरकत करेगा तो मेरे देशवासियों मैं आपके साथ खड़ा हूं। ये हशर होगा उनका ता मजा सीगा। ਇੱਕ ਚੀਜ਼ ਮੈਂ ਇੱਥੇ ਹੋਰ ਵੀ ਕਹਿਣਾ ਚਾਹਨੀ ਆ ਕਿ ਮਣੀਪੁਰ ਵਿੱਚ ਜਿਹੜਾ ਕਾਂਡ ਹੋਇਆ ਇੱਥੇ ਅਸੀਂ ਪਾਰਟੀਆਂ ਤੋਂ ਉੱਠ ਕੇ ਜੀ, ਪਾਰਟੀਆਂ ਤੋਂ ਬਗੈਰ ਅਸੀਂ ਸਾਰੀ ਔਰਤਾਂ ਇੱਕ ਆ, ਸਾਰੀ ਮਹਿਲਾਵਾਂ ਇੱਕ ਹੈ। ਜਦ ਤੱਕ ਮੋਦੀ ਜੀ ਕੋਈ ਸਟਰੋਂਗ ਡਿਸੀਜਨ ਨਹੀਂ ਲੈਂਦੇ ਅਸੀਂ ਕੋਈ ਪਾਰਟੀ ਦੇ ਉਹਦੇ ਤੇ ਨਹੀਂ ਹੈਗੇ। ਅਸੀਂ ਸਾਰੇ ਇਕੱਠੇ ਆ, ਅਸੀਂ ਮਿਲ ਕੇ ਇਸ ਮੁੱਦੇ ਨੂੰ ਜਦ ਤੱਕ ਸ਼ਾਂਤ ਨਹੀਂ ਹੋਣ ਦੇਵਾਂਗੇ, ਜਦ ਤੱਕ ਕੋਈ ਸਟਰੋਂਗ ਡਿਸੀਜਨ ਨਹੀਂ ਹੁੰਦਾ। ਤੇ ਮੈਨੂੰ ਆਪਣੀਆਂ ਭੈਣਾਂ ਤੋਂ ਇਹ ਵੀ ਥੋੜੀ ਜਿਹੀ ਉਮੀਦ ਹੈ ਕਿ ਸਾਨੂੰ ਦੱਸਣਗੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਮਣੀਪੁਰ ਦੇ ਜਿਹੜੀਆਂ ਲੇਡੀਜ਼ ਇੰਨੀਆਂ ਆਹਤ ਹੋਈਆਂ ਨੇ ਉਹਨਾਂ ਨੂੰ ਇਨਸਾਫ ਦਿਲਾਉਣ ਲਈ ਅਸੀਂ ਕੀ ਕਰ ਸਕਦੇ ਹਾਂ। ਤੇ ਪਲੀਜ਼ ਸਾਰੇ ਸਾਥ ਦਿਓ ਸਾਡਾ। ਇਹ ਇੱਕ ਔਰਤ ਦਾ ਮਸਲਾ ਨਹੀਂ, ਕੱਲ ਨੂੰ ਇਹ ਮਸਲੇ ਸਾਡੇ ਘਰ ਤੱਕ ਵੀ ਆ ਸਕਦੇ ਆ। ਆਪਾਂ ਨੂੰ ਇਸ ਟਾਈਮ ਇਕਜੁੱਟ ਹੋਣਾ ਪੈਣਾ, ਇਕਜੁੱਟ ਹੋ ਕੇ ਆਪਾਂ ਨੂੰ ਇਸ ਉਹਦਾ ਸਾਹਮਣਾ ਕਰਨਾ ਹੈ ਤਾਂ ਕਿ ਅੱਜ ਤੋਂ ਬਾਅਦ ਕਿਸੇ ਵੀ ਔਰਤ ਤੇ ਕੋਈ ਹੱਥ ਨਾ ਪਾਵੇ ਤੇ ਇਹੋ ਜਿਹਾ ਕਾਂਡ ਕਰਨ ਤੋਂ ਪਹਿਲਾਂ ਸੋਚੇ। ਮੋਦੀ ਜੀ ਕੀ ਅਸੀਂ ਤਾਂ ਆਪ ਹੀ ਸਰਵ ਸ਼ਕਤੀਮਾਨ ਆ, ਸਾਨੂੰ ਰੱਬ ਨੇ ਇੰਨਾ ਕੁਝ ਇੰਨੀ ਸ਼ਕਤੀ ਦਿੱਤੀ ਹੈ ਕਿ ਅਗਰ ਅਸੀਂ ਕਿਸੇ ਨੂੰ ਜਨਮ ਦੇ ਸਕਦੇ ਹਾਂ, ਅਸੀਂ ਲక్ష్ਮੀ ਬਾਈ ਵੀ ਬਣ ਸਕਦੇ ਹਾਂ, ਅਸੀਂ ਕਲਪਨਾ ਚਾਵਲਾ ਵੀ ਹਾਂ, ਅਸੀਂ ਇੰਦਰਾ ਗਾਂਧੀ ਵੀ ਹਾਂ। ਸਾਡੇ ਅਨੇਕ ਰੂਪ ਹੈ। ਸਾਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕੀਤੀ ਜਾਵੇ ਤੇ ਸਾਡੇ ਹੱਕਾਂ ਲਈ ਅਗਰ ਕੋਈ ਸਾਹਮਣੇ ਨਹੀਂ ਆਏਗਾ ਤੇ ਅਸੀਂ ਆਪਣੇ ਹੱਕ ਪਾਉਣੇ ਜਾਣਦੇ ਹਾਂ ਜੀ। ਸੋ ਇੱਕ ਗੱਲ ਹੋਰ ਐਂਡ 'ਚ ਮੈਂਸ਼ਨ ਕਰਨਾ ਚਾਹੂੰਗੀ, ਹਿੰਦੂ ਰਾਸ਼ਟਰ ਦੀਆਂ ਗੱਲਾਂ ਉੱਠਦੀਆਂ ਨੇ, ਹਿੰਦੂ ਰਾਸ਼ਟਰ ਦੀਆਂ ਮੰਗਾਂ ਉੱਠਦੀਆਂ ਨੇ ਤੇ ਹਿੰਦੂ ਰਾਸ਼ਟਰ ਦੇ ਵਿੱਚ ਜਿਹੜਾ ਸ਼ਬਦ ਹਿੰਦੂ ਹੈ ਜਾਂ ਸਨਾਤਨੀ ਕਹਿ ਲਈਏ, ਉਹਦੇ ਵਿੱਚ ਔਰਤਾਂ ਦੀ ਜੇ ਉਪਾਧੀ ਦੀ ਗੱਲ ਕਰੀਏ, ਔਰਤਾਂ ਦੀ ਪੂਜਾ ਅਸੀਂ ਕਹਿੰਦੇ ਹਾਂ, ਨਾਰੀ ਸ਼ਕਤੀ ਨੂੰ ਅਸੀਂ ਪੂਜਦੇ ਹਾਂ, ਮਾਂ ਦੁਰਗਾ ਦੀ ਅਸੀਂ ਸਤੁਤੀ ਕਰਦੇ ਹਾਂ, ਪੂਜਦੇ ਹਾਂ ਉਹਨਾਂ ਨੂੰ। ਤੇ ਇੱਕ ਔਰਤ ਦੁਰਗਾ ਵੀ ਹੈ, ਕਾਲੀ ਵੀ ਹੈ। ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦਾ ਹਿੰਦੂ ਰਾਸ਼ਟਰ ਹੋਏਗਾ? ਨਹੀਂ, ਇਸ ਤਰ੍ਹਾਂ ਦਾ ਅਗਰ ਹਿੰਦੂ ਰਾਸ਼ਟਰ ਹੈ ਤਾਂ ਸਾਨੂੰ ਹਿੰਦੂ ਰਾਸ਼ਟਰ ਹੀ ਨਹੀਂ ਚਾਹੀਦਾ। ਦੇਖੋ ਜੀ, ਮਹਿਲਾ ਅਸੀਂ ਅੱਜ ਵੀ ਕੰਜਕਾਂ ਪੂਜਦੇ ਹਾਂ। ਹਿੰਦੂ ਰਾਸ਼ਟਰ ਹੋਣਾ ਗਰਵ ਦੀ ਗੱਲ ਹੈ। ਹਿੰਦੂ ਦੇ ਰਾਸ਼ਟਰ ਦੇ ਵਿੱਚ ਸਾਰੇ ਉਹ ਆਣਗੇ ਕਿਉਂਕਿ ਸਾਡਾ ਸੰਵਿਧਾਨ ਸਾਰਿਆਂ ਲਈ ਇੱਕ ਬਰਾਬਰ ਹੈ। ਮਹਿਲਾਵਾਂ ਦੀ ਜਿੱਥੇ ਇੱਜ਼ਤ ਨਹੀਂ ਹੋਏਗੀ ਉਹ ਰਾਸ਼ਟਰ ਕਦੀ ਵੀ ਫਲਦਾ ਫੁੱਲਦਾ ਨਹੀਂ ਹੈ। ਜਿਸ ਰਾਸ਼ਟਰ ਦੇ ਵਿੱਚ ਮਹਿਲਾਵਾਂ ਨੂੰ ਅੱਗੇ ਰੱਖਿਆ ਜਾਂਦਾ ਹੈ, ਔਰ ਮੈਨੂੰ ਲੱਗਦਾ ਹੈ ਕਿ ਕਿਤੇ ਵੀ ਡਿਬੇਟ ਹੋ ਰਹੀ ਹੈ ਉਹ ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਅਸੀਂ ਲੋਕ ਪਾਰਟੀ ਤੋਂ ਉੱਪਰ ਕਿਉਂ ਨਹੀਂ ਉੱਠ ਪਾ ਰਹੇ। ਅਸੀਂ ਲੋਕ ਆਪਣੀ ਪਾਰਟੀ ਨਾਲ ਕਿਉਂ ਬੰਨੇ ਹੋਏ ਹਾਂ। ਅੱਜ 50% ਜਿਹੜੀ VOTING ਹੈ ਉਹ ਮਹਿਲਾਵਾਂ ਦੀ ਹੈ। ਪੂਜਣਾ ਬੜੀ ਦੂਰ ਹੈ, ਸਾਨੂੰ ਤੇ ਬਰਾਬਰ ਦੇ ਹੱਕ ਵੀ ਦੇ ਦਿੱਤੇ ਜਾਣ, ਉਹੀ ਬੜੀ ਵੱਡੀ ਗੱਲ ਹੈ। ਅਸੀਂ ਨਹੀਂ ਕਹਿੰਦੇ ਕਿ ਪੂਜਾ ਕਰੋ, ਹਾਂ ਮਹਿਲਾ ਇੱਕ ਰਿਸਪੈਕਟ ਮੰਗਦੀ ਹੈ, ਉਹ ਮਹਿਲਾ ਨੂੰ ਰਿਸਪੈਕਟ ਬਹੁਤ ਜ਼ਰੂਰੀ ਮਿਲਣੀ ਹੈ, ਮਿਲਣੀ ਚਾਹੀਦੀ ਹੈ। ਅੱਜ ਸੰਸਦ ਦੇ ਵਿੱਚ ਕਹਿ ਲਓ ਜਾਂ ਕਿਤੇ ਵੀ ਡਿਬੇਟ ਚੱਲ ਰਹੀ ਹੈ, ਅੱਜ ਮਣੀਪੁਰ ਦੇ ਉੱਤੇ ਮੁੱਦਾ ਚੱਲ ਰਿਹਾ ਹੈ। ਅੱਜ ਤੁਹਾਡੇ ਸਟੂਡੀਓ ਦੇ ਵਿੱਚ ਵੀ ਸਾਡੇ ਭਾਰਤੀ ਜਨਤਾ ਪਾਰਟੀ ਚੋਂ ਕਿਸੇ ਮੈਡਮ ਨੇ ਆਣਾ ਸੀ, ਬਿਲਕੁਲ ਉਹ ਨਹੀਂ ਪਹੁੰਚੇ। ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਾਂਗੀ, ਮੈਡਮ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਹੈ। ਮੈਡਮ ਬੋਰਾ ਜੀ ਬੈਠੇ ਹੈ, ਨਾਲ ਮੈਡਮ ਬੈਠੇ ਹੈ, ਮੈਂ ਕਾਂਗਰਸ ਚੋਂ ਹਾਂ, ਇਸ ਵੇਲੇ ਮੈਂ ਇੱਕ ਔਰਤ ਹਾਂ। ਇਸ ਵੇਲੇ ਤੁਸੀਂ ਇਹ ਸੋਚ ਕੇ ਨਾ ਆਓ ਕਿ ਅਸੀਂ ਕੋਈ ਜਿਵੇਂ ਬਾਕੀ ਚੈਨਲ 'ਚ ਹੋ ਰਿਹਾ ਸੀ, ਇੱਕ ਮਿਸਾਲ ਪੈਦਾ ਕਰਕੇ ਦੇ ਸਕਦੇ ਲੋਕਾਂ ਨੂੰ ਕਿ ਇਸ ਵੇਲੇ ਚਾਹੇ ਕਿਸੇ ਵੀ ਪਾਰਟੀ 'ਚੋਂ ਅਸੀਂ ਹੈਗੇ ਆ, ਸਾਡਾ ਇੱਕ ਮੈਸੇਜ ਆਉਣਾ ਚਾਹੀਦਾ ਹੈ ਕਿ ਨਾਰੀ ਜਾਤੀ ਦੇ ਉੱਤੇ ਇੰਨਾ ਵੱਡਾ ਕਲੰਕ ਮਹਿਲਾਵਾਂ ਕਦੀ ਬਰਦਾਸ਼ਤ ਨਹੀਂ ਕਰਨਗੀਆਂ। ਮੈਂ ਤਾਂ ਇਹਦੀ ਤਾਂ ਕਹਿ ਰਹੀ ਹਾਂ, ਸਮ੍ਰਿਤੀ ਜੀ, ਹੇਮਾ ਜੀ, ਸਾਡੀ ਦੇਸ਼ ਦੀ ਰਾਸ਼ਟਰਪਤੀ ਜਿਹੜੀ ਉਹ ਮਹਿਲਾ ਹੈ, ਤੁਸੀਂ क्यों नहीं बोल रहे हो? ਤੁਸੀਂ ਕਹੋ भी मोदी जी ये पकड़ो, हमारे त्याग पत्र हमें नहीं चाहिए, आज की आज ये फैसला होना चाहिए। जिस वे सारी नारियां एक होके इकट्ठी होके आवाज उठाओगी तभी होगा ये सब। लेकिन उन्होंने लगूगा कि असी कांग्रेस पार्टी, असी बीजेपी है, असी आप है, असी वो है, फिर कितों मिल जूगा इंसाफ? क्योंकि तुसी इन्नी वड्डी गलती के उत्ते पर्दा पाए जा रहे हो। मैं हर चैनल से देख रही, जितने भी डिबेट हो रही है, आपके राज में ऐसा हुआ था, आपके राज में ऐसा हुआ था, जो हुआ था, लेकिन उसको क्या वैसे चलते रहने देंगे आप लोग? आज क्या हुआ है? आज एक बच्चा चाहता है कि मोदी जी की तरफ देख रहे हैं,
प्रधानमंत्री जी क्या कर रहे हो आज आप? राष्ट्रपति एक महिला है, उनसे एक गुजारिश है, मेरी तो द्रौपदी जी से ही मेन है कि मैडम आप बोलिए, सबको बोलिए कि इसका इंसाफ होना बहुत जरूरी है और इतनी लंबी देर नहीं, जल्दी से जल्दी अगर इंसाफ होगा तभी जो इन लोगों के इतने हौसले बुलंद है, उनकी इतनी जरूरतें बढ़ गई हैं कि वो लोग महिलाओं को नंगड़ करके घुमाएं, उनकी आंखों में शर्म होनी चाहिए, कानून की शर्म होनी चाहिए, कानून का डर होना चाहिए, ऐसा राज होना चाहिए, तब आप हिंदू राष्ट्र बना सकते हो, तब आप हिंदुस्तान को आगे ले जा सकते हो, वरना नहीं। बिल्कुल जी। बोरा मैम, एक सवाल अभी ज़रूरी बनता है कि मैन डोमिनेटेड सोसाइटी में औरतों का आगे बढ़ना ही उनकी गले की हड्डी बनी हुई है। बिल्कुल, औरतें किसी भी फील्ड में हैं, कोई भी काम कर रही हैं, उन्हें रोज बेइज्जत होना पड़ता है। अगर घर से बाहर निकले हैं तो हमें 100 बातें सुननी पड़ती हैं। घर की जिम्मेवारियां तो हमारे पर है ही हैं, बाहर की भी जिम्मेवारियां हैं। जब हम इतना काम करने के बावजूद लोगों की बातें सुनते हैं, हर फील्ड में, एक फील्ड में नहीं, पॉलिटिक्स में नहीं, हर फील्ड में आज हम लोगों की नज़रों में है। क्यों? क्योंकि हम जिम्मेवारियां उठाना जानते हैं, हम सक्षम हैं। ये चीज़ आदमियों को कहीं ना कहीं बर्दाश्त नहीं होती और कहीं ना कहीं ये रंजिश हमारे पे इस तरह निकलती है कि आज हम किसी भी फील्ड में हो, किसी भी ओहदे पे होने के बावजूद अपने डिसीजंस आप नहीं ले पाते। आज भी हम डिपेंड करते हैं। तो कहीं ना कहीं 8 मार्च हम मनाते हैं, उसमें हमें वोट देने का अधिकार है और अधिकार दिए गए, पर उसके बावजूद आज भी हम आदमियों पे कहीं ना कहीं डिपेंड। जी ਕਾਜਲ ਮੈਮ, ਇੱਕ ਸਵਾਲ ਕਿ ਜਦ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਛੱਤੀਸਗੜ੍ਹ ਦੇ ਵਿੱਚ ਕੁਝ ਬੰਦੇ ਨੰਗਨ ਅਵਸਥਾ ਦੇ ਵਿੱਚ ਸੜਕਾਂ ਤੇ ਉਤਰ ਆਉਂਦੇ ਨੇ, ਪ੍ਰੋਟੈਸਟ ਕਰਕੇ ਇਹ ਦਿਖਾਉਂਦੇ ਨੇ ਕਿ ਤੁਸੀਂ ਸਾਡੇ ਸਮਾਜ ਦੇਸ਼ ਦੀਆਂ ਕੁੜੀਆਂ ਨੂੰ ਨੰਗਾ ਨਹੀਂ ਕੀਤਾ, ਸਗੋਂ ਬੰਦਿਆਂ ਦੀ ਵੀ ਕੁਝ ਨਹੀਂ ਰਹੀ ਹੈ ਹੋਂਦ। ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ ਜੀ, ਸਾਡੇ ਸਮਾਜ ਵਿੱਚ ਨਾ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ ਜੀ। ਮਤਲਬ ਕੁਝ ਕਰਨੇ ਜਿਹੜੇ ਕੁੜੀ ਦੇ ਹੋਣ ਤੇ ਬੁਰਾ ਮਨਾਉਂਦੇ ਨੇ, ਬਟ ਹੁਣ ਉਹ ਸੋਚ ਬਦਲ ਚੁੱਕੀ ਹੈ। ਅੱਜ ਕੱਲ ਸਭ ਨੂੰ ਧੀਆਂ ਪਹਿਲੇ ਚਾਹੀਦੀਆਂ। ਬਿਲਕੁਲ, ਮੁੰਡੇ ਹੋਣ ਨਾ ਹੋਣ, ਧੀਆਂ ਜ਼ਰੂਰ ਹੋਣ, ਕਿਉਂਕਿ ਜਿਹੜੀਆਂ ਧੀਆਂ ਹੁੰਦੀਆਂ ਨਾ ਉਹ ਸੈਂਸਿਟਿਵ ਹੁੰਦੀਆਂ ਸਮਾਜ ਨੂੰ ਲੈ ਕੇ, ਆਪਣੀ ਫੈਮਿਲੀ ਨੂੰ ਲੈ ਕੇ। ਉਹਨਾਂ ਤੋਂ ਕਿਸੇ ਦਾ ਦਰਦ ਦੇਖਿਆ ਨਹੀਂ ਜਾਂਦਾ। ਤੇ ਇਸੇ ਕਰਕੇ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਧੀਆਂ ਨੂੰ ਅੱਗੇ ਵਧਾਉਣ ਲਈ, ਹੈ ਨਾ, ਜੇ ਆਪਾਂ ਚਾਹੁੰਦੇ ਹਾਂ ਕਿ ਸਾਡੀਆਂ ਬੱਚੀਆਂ ਅੱਗੇ ਵਧਣ, ਇੱਕ ਤਾਂ ਉਹਨਾਂ ਨੂੰ ਬੋਲਡ ਬਣਾਉਣਾ ਪਏਗਾ। ਤੇ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਕੁਝ ਲੋਕ ਬਿਨਾਂ ਕੱਪੜਿਆਂ ਤੋਂ ਸੜਕਾਂ ਤੇ ਆ ਕੇ ਪ੍ਰੋਟੈਸਟ ਕਰ ਰਹੇ ਸੀ, ਮੈਂ ਕਹਿੰਦੀ ਹਾਂ ਇੱਦਾਂ ਹੋਣਾ ਵੀ ਚਾਹੀਦਾ ਤਾਂ ਕਿ ਸਰਕਾਰ ਨੂੰ ਪਤਾ ਚੱਲੇ ਕਿ ਜੇ ਅਸੀਂ ਕਿਸੇ ਦੇ ਘਰ ਦੀ ਧੀ ਭੈਣ ਦਾ ਖਿਆਲ ਨਹੀਂ ਰੱਖ ਸਕਦੇ ਤੇ ਲੋਕੀ ਸੜਕਾਂ ਤੇ ਉਤਰਨਗੇ। ਉਹਨਾਂ ਦਾ ਦਰਦ ਉਹ ਲੋਕਾਂ ਨੇ ਫੀਲ ਕੀਤਾ ਬੱਚੀਆਂ ਦਾ, ਤਾਂ ਹੀ ਉਹ ਨੰਗੇ ਹੋ ਕੇ ਸੜਕਾਂ ਤੇ ਉਤਰੇ ਜੀ। ਨਹੀਂ ਤੇ ਕੋਈ ਨਹੀਂ ਚਾਹੁੰਦਾ ਕਿ ਅਸੀਂ ਬਿਨਾਂ ਕੱਪੜਿਆਂ ਤੋਂ ਕਿਸੇ ਦੇ ਸਾਹਮਣੇ ਆਈਏ। ਸਾਡਾ ਦੇਸ਼ ਨੰਗਾ ਹੋ ਰਿਹਾ ਪੂਰੀ ਦੁਨੀਆ ਅੱਗੇ ਜੀ। ਤੇ ਮੋਦੀ ਜੀ ਨੂੰ ਚਾਹੀਦਾ ਕਿ ਸਮੇਂ ਰਹਿੰਦੇ ਇਹਦੇ ਤੇ ਕਦਮ ਉਠਾਉਣ। असम ਦੇ ਵਿੱਚ ਵੀ ਸੇਮ ਥਿੰਗ ਹੋਈ ਹੈ ਮੈਮ, ਟਪਾਰੀਆ ਮੈਮ, ਕਿ ਕੁਝ 100 ਦੇ ਕਰੀਬ ਲੇਡੀਜ਼ ਨੇ ਕਾਰਿਆਲੇ ਦਾ ਘਿਰਾਓ ਕੀਤਾ ਸੀ ਨੰਗੀ ਅਵਸਥਾ ਦੇ ਵਿੱਚ। ਨੈਚੁਰਲੀ ਜੀ, ਜਿਸ ਵੇਲੇ ਸਮਾਜ ਦੇ ਵਿੱਚ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਹੁੰਦੀਆਂ, ਉਸ ਵੇਲੇ ਇੱਕ ਰੋਸ਼ ਆਉਂਦਾ ਹੈ, ਐਸੀ ਲਹਿਰ ਆਉਂਦੀ ਹੈ, ਲੋਕਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਤੇ ਉਹਨਾਂ ਨੂੰ ਇਹੀ ਲੱਗਦਾ ਕਿ ਤੁਸੀਂ ਸਾਨੂੰ ਕੀ ਨੰਗਾ ਕਰਨਾ, ਦੇਖੋ ਅਸੀਂ ਖੁਦ ਹੀ ਹੋ ਰਹੇ, ਕਿਉਂਕਿ ਤੁਹਾਡੇ ਕੋਲੋਂ ਹਿੰਦੁਸਤਾਨ ਦੀ ਇੱਜ਼ਤ, ਅਸੀਂ ਇੱਜ਼ਤ ਹਾਂ, ਚਾਹੇ ਪਰਿਵਾਰ ਦੀ, ਚਾਹੇ ਦੇਸ਼ ਦੀ, ਚਾਹੇ ਜਿੱਥੇ ਵੀ ਅਸੀਂ ਇੱਜ਼ਤ ਆ। ਜੇ ਤੁਹਾਡੇ ਕੋਲੋਂ ਆਪਣੇ ਘਰ ਦੀ ਇੱਜ਼ਤ ਨਹੀਂ ਬਚਾਈ ਜਾ ਰਹੀ ਹੈ, ਸਰੇਆਮ ਉਹਨਾਂ ਨੂੰ ਲਹਿਰਾਇਆ ਜਾ ਰਿਹਾ, ਤੇ ਅਸੀਂ ਖੁਦ ਹੀ ਆਪਣੀ ਇੱਜ਼ਤ ਉਤਾਰ ਦੇਣੀ। ਬਿਲਕੁਲ, ਸ਼ਾਇਦ ਉਹਨਾਂ ਲੇਡੀਜ਼ ਦੀ ਸੋਚ ਵੀ ਇਹੀ ਹੋਏਗੀ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੁਸੀਂ ਏਕਤਾ ਦਿਖਾਈ ਹੈ, ਔਰਤਾਂ ਦੀ ਗੱਲ ਕੀਤੀ ਹੈ ਤੇ ਇਸ ਤਰ੍ਹਾਂ ਆਵਾਜ਼ ਬੁਲੰਦ ਕੀਤੀ ਹੈ। ਸੋ ਮੈਂ ਹੁਣ ਆਖਿਰ 'ਚ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਵੀ ਸਾਰੇ ਸਿਆਸਤ ਹੁਣ ਛੱਡ ਦਿਓ, ਜਿੰਨੀ ਵੀ ਲੇਡੀ ਹੈ, ਕਿਉਂਕਿ ਦੇਖੋ ਹੁਣ ਬੰਦਿਆਂ ਤੋਂ ਉਮੀਦ ਵੀ ਤੁਸੀਂ ਛੱਡ ਦਿਓ। ਜਿੱਥੇ ਪਾਰਟੀ ਨਾਕਾਮ ਹੋ ਜਾਂਦੀ ਹੈ, ਕਾਨੂੰਨ ਫੇਲ ਹੋ ਜਾਂਦਾ ਹੈ, ਉੱਥੇ ਔਰਤਾਂ ਨੂੰ ਆਪ ਦੁਰਗਾ ਕਾਲੀ ਬਣਨ ਦੀ ਲੋੜ ਹੈ। ਸੋ ਹੁਣ ਟਾਈਮ ਆ ਚੁੱਕਿਆ ਹੈ, ਔਰਤਾਂ ਦੇ ਉੱਪਰ ਜਿੰਨੀ ਤਸ਼ੱਦਦ ਢਾਈ ਜਾ ਰਹੀ ਹੈ, ਲਗਾਤਾਰ ਬਲਾਤਕਾਰ ਹੋ ਰਹੇ ਨੇ, ਆંકੜੇ ਵੱਧਦੇ ਜਾ ਰਹੇ ਨੇ। ਤੁਸੀਂ ਹੁਣ ਰੀਸੈਂਟਲੀ ਖਬਰ ਸੁਣੀ ਹੈ ਕਿ ਇੱਕ ਦਿੱਲੀ ਤੋਂ ਆਈ ਕੁੜੀ ਦੇ ਨਾਲ ਲੁਧਿਆਣੇ ਦੇ ਵਿੱਚ ਰੇਪ ਹੋਇਆ। ਇੱਕ 10ਵੀਂ ਕਲਾਸ ਦੀ ਛਾਤਰਾ ਦੇ ਨਾਲ ਕੁਝ ਅਧਿਆਪਕਾਂ ਨੇ ਗੈਂਗ ਬਣਾ ਕੇ ਗੈਂਗ ਰੇਪ ਕੀਤਾ।
ਕਿੰਨੀ ਸ਼ਰਮਨਾਕ ਗੱਲ ਹੈ। ਤੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ, ਹਿੰਦੂ ਰਾਸ਼ਟਰ ਨਾਰੀ ਸਸ਼ਕਤੀਕਰਨ ਦੀਆਂ ਗੱਲਾਂ ਉਦੋਂ ਤੁਸੀਂ ਸਹੀ ਮਾਇਨੇ ਦੇ ਵਿੱਚ ਅਸੀਂ ਸਮਝਾਂਗੇ ਕਿ ਨਾਰੀ ਲਈ ਕਹੀ ਜਾ ਰਹੀ ਹੈ ਜਦ ਤੁਸੀਂ ਔਰਤਾਂ ਨੂੰ ਜੋ ਕਿ ਇੰਟਰਨੈਸ਼ਨਲੀ ਮੈਡਲ ਲੈ ਕੇ ਆਉਂਦੀਆਂ ਨੇ ਘਰ ਬਿਠਾ ਕੇ ਰੋਟੀ ਖਵਾਉਂਦੇ, ਉਸ ਤੋਂ ਪਹਿਲਾਂ ਦੇਸ਼ ਦੇ ਵਿੱਚ ਹੋ ਰਹੀਆਂ ਔਰਤਾਂ ਦੇ ਨਾਲ ਜੋ ਜ਼ੁਲਮ ਹੋ ਰਿਹਾ ਉਹਨਾਂ ਦੇ ਨਾਲ, ਉਹਨਾਂ ਨੂੰ ਪਹਿਲੇ ਆਧਾਰ ਤੇ ਇਨਸਾਫ ਦਿਵਾਓ। ਨਾ ਸਿਰਫ ਬਿਆਨਬਾਜ਼ੀ ਕਰਨਾ ਇਸ ਮੁੱਦੇ ਤੇ ਕਹਿ ਸਕਦੇ ਸਫੀਸ਼ੀਐਂਟ ਹੈ, ਬਲਕਿ ਸੜਕਾਂ ਤੇ ਉਤਰ ਕੇ ਉਹਨਾਂ ਦਰਿੰਦਿਆਂ ਨੂੰ ਆਪ ਆਪਣੇ ਹੱਥੀਂ ਗੋਲੀ ਮਾਰੋ, ਫਿਰ ਅਸੀਂ ਸਮਝਾਂਗੇ ਕਿ ਹਾਂ ਅਸੀਂ ਨਾਰੀ ਸਸ਼ਕਤੀਕਰਨ ਤੇ ਨਾਰੀ सम्मान ਵਰਗੀਆਂ ਗੱਲਾਂ ਦੇ ਕਾਬਿਲ ਹਾਂ। ਕਿਉਂਕਿ ਇਸ ਟਾਈਮ ਸਾਡਾ ਜਿਸ ਤਰੀਕੇ ਨਾਲ ਸਿਰ ਝੁਕਿਆ ਹੋਇਆ ਹੈ ਨਾ, ਕੋਈ ਨਾਰੀ सम्मान ਨਜ਼ਰ ਕਿਤੇ ਵੀ ਨਹੀਂ ਆ ਰਿਹਾ। ਸੋ ਤੁਹਾਡਾ ਕੀ ਕੁਝ ਕਹਿਣਾ ਕਮੈਂਟ ਸੈਕਸ਼ਨ ਦੇ ਵਿੱਚ ਰਿਵਿਊ ਜ਼ਰੂਰ ਸ਼ੇਅਰ ਕਰੋ ਤੇ ਸੜਕਾਂ ਤੇ ਉਤਰ ਆਓ। ਉਤਰ ਕੇ ਉਦੋਂ ਤੱਕ ਇਨਸਾਫ ਦੀ ਮੰਗ ਕਰੋ ਜਦੋਂ ਤੱਕ ਮਨੀਪੁਰ ਦੀਆਂ ਕੁੜੀਆਂ ਨੂੰ, ਬੇਟੀਆਂ ਨੂੰ, ਔਰਤਾਂ ਨੂੰ ਇਨਸਾਫ ਨਹੀਂ ਮਿਲਦਾ ਹੈ, ਕਿਉਂਕਿ ਹੁਣ ਘਰ ਦੇ ਵਿੱਚ ਬਹਿ ਕੇ ਰੋ ਕੇ ਕੋਈ ਹੱਲ ਨਹੀਂ ਨਿਕਲਣ ਵਾਲਾ। ਸਗੋਂ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰ ਕਿ ਮਨੀਪੁਰ ਦੀਆਂ ਉਹਨਾਂ ਔਰਤਾਂ ਨੇ ਹੁਣ ਸੁਪਰੀਮ ਕੋਰਟ ਤੱਕ ਆਪਣੀ ਆਵਾਜ਼ ਉਠਾਈ ਹੈ, ਆਪ ਆਪਣੇ ਇਨਸਾਫ ਲਈ ਮੰਗ ਕੀਤੀ ਹੈ, ਕਿਉਂਕਿ ਉਹਨਾਂ ਨੂੰ ਹੁਣ ਕਿਸੇ ਪਾਰਟੀ ਤੋਂ, ਕਿਸੇ ਸਿਆਸਤਦਾਨ ਤੋਂ, ਕਿਸੇ ਕਾਨੂੰਨ ਤੋਂ ਕੋਈ ਉਮੀਦ ਨਹੀਂ ਹੈ, ਬਲਕਿ ਹੁਣ ਕਿਤੇ ਨਾ ਕਿਤੇ ਥੋੜੀ ਜੀ ਇੱਕ ਉਮੀਦ ਰਹਿ ਗਈ ਹੈ ਕਿ ਸੁਪਰੀਮ ਕੋਰਟ ਤੇ ਖਾਸ ਕਰ ਚੰਦਰਚੂੜ ਜੀ ਨੇ ਜੋ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਸੰਗਿਆਨ ਲੈ ਰਹੇ ਨੇ, ਵਿਪਕਸ਼ ਨੂੰ ਵੀ ਲਤਾੜ ਲਗਾ ਰਹੇ ਨੇ ਤੇ ਲਗਾਤਾਰ ਸੰਸਦ ਦੇ ਵਿੱਚ ਵੀ ਹਸਤक्षेप ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਸ ਮਾਮਲੇ ਤੇ ਰਿਪੋਰਟ ਮੰਗ ਰਹੇ ਨੇ। ਆਖਰੀ ਉਮੀਦ ਉਹੀ ਨੇ ਦੇਸ਼ ਦੀਆਂ ਮਹਿਲਾਵਾਂ ਲਈ, ਬੇਟੀਆਂ ਲਈ। ਨਮਸਕਾਰ। ਨਮਸਕਾਰ।